ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਸਵਾਗਤ ਤੁਹਾਡਾ NRI ਵਰਡ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸਰਬਜੀਤ ਸਿੰਘ ਕਾਲਰਾ, ਚਾਰਟਰਡ ਅਕਾਊਂਟੈਂਟ ਨੇ ਔਰ NRI ਮੈਟਰਸ ਦੇ ਸਪੈਸ਼ਲਿਸਟ ਨੇ। ਸੋ ਸਾਡੀਆਂ ਕੋਲ ਕਈ ਕੁਐਰੀਜ਼ ਆਈਆਂ ਕਿ ਕੋਈ NRI ਜਦੋਂ ਭਾਰਤ ਦੇ ਵਿੱਚ ਬਿਜ਼ਨਸ ਕਰਨਾ ਚਾਹੁੰਦਾ ਹੈ, ਕੰਪਨੀ ਖੋਲ੍ਹਣਾ ਚਾਹੁੰਦਾ ਹੈ, ਇਨਵੈਸਟਮੈਂਟ ਕਰਨਾ ਚਾਹੁੰਦਾ ਹੈ, ਸੋ ਉਹਨੂੰ ਕਿਸ ਤਰ੍ਹਾਂ ਦੀਆਂ ਸਿਚੁਏਸ਼ਨਸ ਦੇ ਨਾਲ ਦੋ ਚਾਰ ਹੋਣਾ ਪੈਂਦਾ ਹੈ, ਕਿਸ ਤਰ੍ਹਾਂ ਦੀਆਂ ਸਿਚੁਏਸ਼ਨਸ ਨੂੰ ਸੋਲਵ ਕਰਨਾ ਪੈਂਦਾ ਹੈ। ਫਾਈਨੈਂਸ਼ੀਅਲ ਐਕਸਪਰਟਸ ਚਾਹੀਦੇ ਨੇ, ਚਾਰਟਰਡ ਅਕਾਊਂਟੈਂਟ ਚਾਹੀਦੇ ਨੇ, ਐਡਵੋਕੇਟਸ ਚਾਹੀਦੇ ਨੇ, ਲੀਗਲ ਮਾਈਂਡਸ ਚਾਹੀਦੇ ਨੇ, ਕੀ ਕੁਝ ਉਹਨੂੰ ਚਾਹੀਦਾ ਹੈ ਔਰ ਕਿਹੜੀਆਂ ਉਹ ਸਾਰੀਆਂ ਫਾਰਮੈਲਿਟੀਜ਼ ਨੇ ਜੋ RBI ਚਾਹੁੰਦਾ ਕਿ ਉਹ ਪੂਰੀਆਂ ਕਰਨ। ਉਸ ਤੋਂ ਬਾਅਦ ਹੀ ਉਹ ਇੰਡੀਆ ਦੇ ਵਿੱਚ ਆਪਣਾ ਬਿਜ਼ਨਸ ਕਰ ਸਕਦਾ ਹੈ, ਕੰਪਨੀ ਖੋਲ੍ਹ ਸਕਦਾ ਹੈ, ਇੱਥੇ ਇੰਪਲੋਇਜ਼ ਰੱਖਣੇ ਨੇ, ਉਹਨਾਂ ਦੀ ਸੈਲਰੀ ਕਿਵੇਂ ਦੇਣੀ ਹੈ, ਟੈਕਸ ਕਿੱਦਾਂ ਹੋਏਗਾ, ਐਵਰੀਥਿੰਗ ਅਬਾਊਟ ਯੂਰ ਕੰਪਨੀ। ਜਦੋਂ ਤੁਸੀਂ ਇੰਡੀਆ ਦੇ ਵਿੱਚ ਐਜ਼ ਐਨ ਇਨਵੈਸਟਰ ਆਉਣਾ ਚਾਹੁੰਦੇ ਹੋ, NRI ਹੋ, ਇੰਡੀਆ ਦੇ ਵਿੱਚ ਕੋਈ ਕੰਪਨੀ ਖੋਲ੍ਹਣਾ ਚਾਹੁੰਦੇ ਹੋ, ਸੋ ਉਸ ਬਾਰੇ ਸਾਰੀਆਂ ਡਿਟੇਲਸ ਤੁਹਾਨੂੰ ਅੱਜ ਅਸੀਂ ਸ਼ੇਅਰ ਕਰਨ ਲੱਗੇ ਹਾਂ। ਕਾਲਰਾ ਸਾਹਿਬ ਤੁਹਾਨੂੰ ਡਿਟੇਲ 'ਚ ਦੱਸਣਗੇ ਔਰ ਉਸ ਤੋਂ ਬਾਅਦ ਆਪਾਂ ਆਪਣੀਆਂ ਕੁਐਰੀਜ਼ 'ਤੇ ਆਵਾਂਗੇ। ਸੋ ਕਾਲਰਾ ਸਾਹਿਬ, ਫਸਟ ਆਫ ਆਲ ਤੁਹਾਡਾ ਵੈਲਕਮ ਕਰਦੇ ਹਾਂ। ਥੈਂਕ ਯੂ ਜੀ, ਥੈਂਕ ਯੂ ਸੰਜੀਵ ਜੀ। ਸਭ ਤੋਂ ਵੱਡੀ ਗੱਲ ਹੈ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਤੁਸੀਂ ਜਿਹੜਾ ਚੈਪਟਰ, ਜਿਹੜਾ ਟੌਪਿਕ ਚੁਣਿਆ ਹੈ ਉਹ ਬੜਾ ਇੰਪੋਰਟੈਂਟ ਹੈ। ਬਿਲਕੁਲ ਇੰਪੋਰਟੈਂਟ ਹੈ, ਵੈਰੀ ਇੰਪੋਰਟੈਂਟ ਕਿ ਜਿਹੜੇ ਸਾਡੇ NRI ਭਰਾ ਨੇ ਜਾਂ ਜਿਹੜੇ ਸਾਡੇ ਬਾਹਰ ਫੋਰਨਰਸ ਹੈਗੇ ਨੇ, ਉਹ ਜਿਸਲੇ ਇੰਡੀਅਨ ਇਕੋਨਮੀ ਨੂੰ ਦੇਖਦੇ ਨੇ, ਫॉर योर ਇਨਫੋਰਮੇਸ਼ਨ, ਸਾਡੀ ਅੱਜ ਦੀ ਡੇਟ ਵਿੱਚ ਜਿਹੜੀ ਇੰਡੀਅਨ ਬੜੀ ਗਰੋਇੰਗ ਇਕੋਨਮੀ ਹੈ ਅੱਜ ਦੀ ਡੇਟ ਵਿੱਚ ਜੀ, ਔਰ ਹਰ ਆਦਮੀ ਇਹ ਚਾਹੁੰਦਾ ਹੈ ਕਿ ਮੈਂ ਇੱਥੇ ਇਨਵੈਸਟ ਕਰਾਂ। ਸ਼ੋਰ। ਸੋ ਇਨਵੈਸਟ ਕਰਨ ਉਹਦੇ ਵਾਸਤੇ ਕਈ ਕੁਐਸਚਨ ਮਾਰਕ ਆਉਂਦੇ ਨੇ ਕਿ ਉਹ ਇਨਵੈਸਟਮੈਂਟ ਕਿਸ ਤਰ੍ਹਾਂ ਹੋ ਸਕਦੀ ਹੈ, ਉੱਥੇ ਬਿਜ਼ਨਸ ਕਿਸ ਤਰ੍ਹਾਂ ਹੋ ਸਕਦਾ ਹੈ। ਔਰ ਇਹ ਵੀ ਤੁਸੀਂ ਰੀਕਾਲ ਕਰੋਗੇ ਕਿ ਜਿਸਲੇ ਕੋਵਿਡ ਆਇਆ ਸੀ ਔਰ ਵਰਲਡ ਦੀਆਂ ਵੱਡੀਆਂ ਜਿਹੜੀਆਂ ਇਕੋਨਮੀਜ਼ ਉਹ ਸ਼ੈਟਰ ਕਰ ਗਈਆਂ ਸਨ, ਬਟ ਇੰਡੀਅਨ ਇਕੋਨਮੀ ਵਾਜ਼ ਦਾ ਮੇਨ, ਜਿਹੜੀ ਬਿਲਕੁਲ ਆਪਣੇ ਲੈਵਲ 'ਤੇ ਚੱਲਦੀ ਰਹੀ। ਔਰ ਉਸ ਤੋਂ ਬਾਅਦ ਆਏ ਦਿਨ ਔਰ ਹਰ ਦਿਨ ਆਉਣ ਵਾਸਤੇ ਇਹ ਗਰੋਇੰਗ ਇਕੋਨਮੀ ਬਣ ਗਈ ਔਰ ਹਰ ਵਰਲਡ ਦੇ ਹਰ ਬੰਦੇ ਦਾ ਧਿਆਨ ਇੰਡੀਅਨ ਇਕੋਨਮੀ ਵੱਲ ਹੈ। ਸੋ ਇੱਥੇ ਤੁਸੀਂ ਕਿਸ ਤਰ੍ਹਾਂ ਬਿਜ਼ਨਸ ਸੈਟਲ ਕਰ ਸਕਦੇ ਹੋ, ਤੁਸੀਂ ਕਿਸ ਤਰ੍ਹਾਂ ਇਨਵੈਸਟ ਕਰ ਸਕਦੇ ਹੋ, ਪਹਿਲੇ ਮੈਂ ਤੁਹਾਨੂੰ ਥੋੜ੍ਹੀ ਜਿਹੀਆਂ ਉਹਦੀਆਂ ਆਪਸ਼ਨਸ ਦਿਆਂਗਾ। ਜੀ, ਸ਼ੋਰ। ਹੁਣ ਆਪਸ਼ਨਸ ਇਹ ਨੇ ਕਿ ਇੱਥੇ ਕੀ ਕੁਛ ਅਵੇਲੇਬਲ ਹੈ। ਡਿਫਰੈਂਟ ਟਾਈਪ ਆਫ ਦੀ ਪੈਰਾਮੀਟਰਸ ਹੈਗੇ ਨੇ, ਜਿਸ ਤਰ੍ਹਾਂ ਪ੍ਰੋਪਰਾਈਟਰ ਹੈ, ਪਾਰਟਨਰਸ਼ਿਪ ਫਰਮ ਹੈ, ਜੀ, ਪ੍ਰਾਈਵੇਟ ਲਿਮਿਟਿਡ ਕੰਪਨੀ ਹੈ, ਪਬਲਿਕ ਲਿਮਿਟਿਡ ਕੰਪਨੀ ਹੈ ਔਰ LLP ਹੈ। ਜਿੱਥੇ ਤੱਕ ਤਲਕ ਹੈ ਸਾਡੇ ਫੋਰਨ ਭਰਾਵਾਂ ਦਾ, NRI ਭਰਾਵਾਂ ਦਾ ਜਾਂ ਫੋਰਨ ਇਨਵੈਸਟਰਸ ਦਾ, ਉਹਦੇ 'ਚ ਪ੍ਰੋਪਰਾਈਟਰਸ਼ਿਪ 'ਤੇ ਰੂਲਡ ਆਊਟ ਹੈ, ਕਿਉਂਕਿ ਪ੍ਰੋਪਰਾਈਟਰ ਉਹ ਹੈਜ਼ ਟੂ ਬੀ ਇੰਡੀਅਨ ਸਿਟੀਜ਼ਨ। ਸ਼ੋਰ। ਹੁਣ ਆ ਗਿਆ ਪਾਰਟਨਰਸ਼ਿਪ ਫਰਮ। ਪਾਰਟਨਰਸ਼ਿਪ ਫਰਮ, ਜੇ ਤੁਸੀਂ ਇੱਕ ਇੰਡੀਅਨ ਰੈਜ਼ੀਡੈਂਟ ਤੁਸੀਂ ਪਾਰਟਨਰ ਲੈਂਦੇ ਹੋ ਤਾਂ ਪਾਰਟਨਰਸ਼ਿਪ ਬਣ ਸਕਦੀ ਹੈ, ਉਹਦੇ 'ਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਨੈਕਸਟ ਆ ਗਿਆ ਪ੍ਰਾਈਵੇਟ ਲਿਮਿਟਿਡ ਕੰਪਨੀ। ਨਾਓ ਪ੍ਰਾਈਵੇਟ ਲਿਮਿਟਿਡ ਕੰਪਨੀ ਦੇ ਵਿੱਚ 2 ਡਾਇਰੈਕਟਰਸ ਹੋਣੇ ਜ਼ਰੂਰੀ ਨੇ, ਜਿਹਦੇ 'ਚ ਇੱਕ ਡਾਇਰੈਕਟਰ ਇੰਡੀਅਨ ਹੋਣਾ ਜ਼ਰੂਰੀ ਹੈ, ਮਿਨੀਮਮ 2 ਸ਼ੇਅਰ ਹੋਲਡਰਸ ਹੋਣੇ ਜ਼ਰੂਰੀ ਨੇ ਔਰ ਮੈਕਸੀਮਮ ਤੁਹਾਡੇ 200 ਸ਼ੇਅਰ ਹੋਲਡਰ ਉਹਦੇ ਵਿੱਚ ਹੋਣਗੇ। ਜੀ। ਉਸ ਤੋਂ ਬਾਅਦ ਕੰਪਨੀ ਆ ਗਈ ਪਬਲਿਕ ਲਿਮਿਟਿਡ ਕੰਪਨੀ। ਜਿਸਲੇ ਤੁਸੀਂ 7 ਪ੍ਰੋਮੋਟਰਸ ਤੋਂ ਜ਼ਿਆਦਾ ਹੋ ਤੇ ਉਹ ਪਬਲਿਕ ਲਿਮਿਟਿਡ ਕੰਪਨੀ ਬਣੇਗੀ। ਪਬਲਿਕ ਲਿਮਿਟਿਡ ਕੰਪਨੀ ਦੇ ਵਿੱਚ ਤੁਸੀਂ ਅਮਾਊਂਟ ਇਕੁਇਟੀ ਦੇ ਤੌਰ 'ਤੇ ਆਪਣੇ ਸ਼ੇਅਰ ਹੋਲਡਰਸ ਤੋਂ ਲੈ ਸਕਦੇ ਹੋ, ਉਹਦੀ ਕੋਈ ਲਿਮਿਟ ਨਹੀਂ ਹੈ। ਜੀ। ਔਰ ਫਿਰ ਆ ਜਾਂਦੀ LLP, ਲਿਮਿਟਿਡ ਲਾਇਬਿਲਿਟੀ ਪਾਰਟਨਰਸ਼ਿਪ ਫਰਮ। ਇਹ ਕੋਈ 4-5 ਸਾਡੇ ਕੋਲ ਆਪਸ਼ਨਸ ਹੈਗੀਆਂ ਨੇ, ਜਿਹਦੇ 'ਚ ਪ੍ਰੋਪਰਾਈਟਰਸ਼ਿਪ 'ਤੇ ਮੈਂ ਰੂਲ ਆਊਟ ਕਰਤੀ। ਬਿਲਕੁਲ। ਪਾਰਟਨਰਸ਼ਿਪ ਵੀ ਮੈਂ, ਕਿਉਂਕਿ ਅੰਡਰ ਦਾ ਸਰਕਮਸਟਾਂਸਿਸ ਕਿ ਇੱਕ ਬੰਦਾ ਜਿਹੜਾ ਇੱਥੇ ਇਨਵੈਸਟ ਕਰਨਾ ਚਾਹੁੰਦਾ ਹੈ, ਮੈਂ ਉਹਨੂੰ ਵੀ ਰੂਲ ਆਊਟ ਕਰਨਾ ਚਾਹਾਂਗਾ। ਆਲਦੋ ਇਟਸ ਨਾਟ ਇਲੀਗਲ, ਬਟ ਉਹਨੂੰ ਵੀ ਮੈਂ ਰੂਲ ਆਊਟ ਕਰਨਾ ਚਾਹਾਂਗਾ। ਓਕੇ। ਮੈਂ ਅੱਜ ਦੇ ਡੇਟ ਵਿੱਚ ਤਾਂ ਰਿਵੋਲਵ ਅਰਾਊਂਡ ਕਰਾਂਗਾ ਪ੍ਰਾਈਵੇਟ ਲਿਮਿਟਿਡ ਕੰਪਨੀ ਦੇ ਵਿੱਚ। ਰਾਈਟ। ਪ੍ਰਾਈਵੇਟ ਲਿਮਿਟਿਡ ਕੰਪਨੀ ਦੇ ਵਿੱਚ ਮੈਂ ਰਿਵੋਲਵ ਅਰਾਊਂਡ ਕਰਾਂਗਾ ਅਤੇ ਇਹ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਕਿਸ ਤਰ੍ਹਾਂ ਬਣ ਸਕਦੀ ਹੈ, ਇਹਦੇ ਸਾਡੀ ਕਿਸ ਤਰ੍ਹਾਂ ਅਸੀਂ ਚੱਲਣਾ ਹੈ, ਕਿਸ ਤਰ੍ਹਾਂ ਅਸੀਂ ਅਮਾਊਂਟ ਇਨਵੈਸਟ ਕਰਨੀ। ਸ਼ੋਰ। ਸਭ ਤੋਂ ਪਹਿਲਾ ਜਿਹੜਾ ਸਿਸਟਮ ਹੈ ਕੰਪਨੀ ਬਣਾਉਣ ਵਾਸਤੇ, ਸਭ ਤੋਂ ਪਹਿਲੀ ਗੱਲ ਜਿਹੜੀ ਸਾਨੂੰ ਲੋੜ ਪਏਗੀ ਉਹ ਹੈ ਡਿਜੀਟਲ ਸਿਗਨੇਚਰਸ। ਦੈਟ ਇਜ਼ ਵੈਰੀ ਇੰਪੋਰਟੈਂਟ। ਹੁਣ ਡਿਜੀਟਲ ਸਿਗਨੇਚਰ ਕਿਸ ਤਰ੍ਹਾਂ ਬਣਨਗੇ? ਜੀ। ਡਿਜੀਟਲ ਸਿਗਨੇਚਰ ਜਿਹੜੇ ਬਣਨਗੇ ਉਹਦੇ ਵਾਸਤੇ ਸਾਨੂੰ ਲੋੜ ਪਏਗੀ ਕਾਪੀ ਆਫ ਪਾਸਪੋਰਟ ਦੀ, ਸੈਲਫ ਅਟੈਸਟਡ ਪਾਸਪੋਰਟ ਦੀ ਕਾਪੀ
ਉਹਦੇ ਨਾਲ ਸਾਨੂੰ ਐਡਰੈਸ ਪ੍ਰੂਫ ਦੇਣਾ ਪਏਗਾ। ਓਕੇ। ਐਡਰੈਸ ਪ੍ਰੂਫ ਕਿੱਥੋਂ ਆਏਗਾ? ਕਿਉਂਕਿ ਤੁਸੀਂ ਦੇਖਿਆ ਹੋਣਾ ਜਿਹੜੇ ਫੋਰਨ ਪਾਸਪੋਰਟ ਨੇ ਉਹਨਾਂ ਤੇ ਐਡਰੈਸ ਨਹੀਂ ਲਿਖਿਆ ਹੁੰਦਾ। ਸਾਡੇ ਇੰਡੀਅਨ ਪਾਸਪੋਰਟ ਤੇ ਐਡਰੈਸ ਲਿਖਿਆ ਹੁੰਦਾ, ਫੋਰਨ ਪਾਸਪੋਰਟ ਤੇ ਐਡਰੈਸ ਨਹੀਂ ਲਿਖਿਆ ਹੁੰਦਾ। ਨਾਓ ਵਾਟ ਹੈਪਨਸ ਇਜ਼ ਕਿ ਉਹ ਐਡਰੈਸ ਪ੍ਰੂਫ ਵਾਸਤੇ ਤੁਸੀਂ ਕੀ ਸਬਮਿਟ ਕਰ ਸਕਦੇ ਹੋ? ਇਟ ਹੈਜ਼ ਟੂ ਬੀ ਡਰਾਈਵਿੰਗ ਲਾਇਸੈਂਸ। ਜੇ ਡਰਾਈਵਿੰਗ ਲਾਇਸੈਂਸ ਨਹੀਂ ਹੈ ਤੇ ਤੁਹਾਡਾ ਰੈਜ਼ੀਡੈਂਸੀ ਸਰਟੀਫਿਕੇਟ ਹੋਏਗਾ। ਜੇ ਰੈਜ਼ੀਡੈਂਸੀ ਸਰਟੀਫਿਕੇਟ ਨਹੀਂ ਹੈ ਤੇ ਤੁਹਾਡੇ ਯੂਟਿਲਿਟੀ ਬਿੱਲ ਹੋਣਗੇ। ਇਸ ਤਰ੍ਹਾਂ ਕੋਈ ਨਾ ਕੋਈ ਚੀਜ਼ ਤੁਹਾਨੂੰ ਐਡਰੈਸ ਪ੍ਰੂਫ ਵਾਸਤੇ ਦੇਣੀ ਪਏਗੀ। ਪੈਨ ਕਾਰਡ, ਆਧਾਰ ਕਾਰਡ, ਉਹ ਬਾਅਦ ਦੀ ਗੱਲ ਹੈ, ਉੱਥੇ ਮੈਂ ਬਾਅਦ ਵਿੱਚ ਆਵਾਂਗਾ। ਸ਼ੋਰ। ਨਾਓ ਡਿਜੀਟਲ ਸਿਗਨੇਚਰ ਜਿਸਲੇ ਤੁਹਾਨੂੰ ਅਲਾਟ ਮਿਲ ਜਾਣਗੇ, ਕਿਉਂਕਿ ਡਿਜੀਟਲ ਸਿਗਨੇਚਰ ਇਜ਼ ਦਾ ਫਰਸਟ ਥਿੰਗ, ਉਹਦੇ ਬਗੈਰ ਕੋਈ ਕੰਮ ਨਹੀਂ ਹੋਣਾ। ਹੁਣ ਜੇ ਡਿਜੀਟਲ ਸਿਗਨੇਚਰ ਤੁਹਾਡੇ ਕੋਲ ਆ ਗਏ ਨੇ ਤੇ ਉਸ ਤੋਂ ਬਾਅਦ ਤੁਸੀਂ DIN ਇਜ਼ ਡਾਇਰੈਕਟਰ ਆਈਡੈਂਟੀਫਿਕੇਸ਼ਨ ਨੰਬਰ। ਦਿਸ ਇਜ਼ ਵੈਰੀ ਇੰਪੋਰਟੈਂਟ। ਓਕੇ। DIN ਤੋਂ ਬਗੈਰ ਕੋਈ ਕੰਮ ਨਹੀਂ ਚੱਲਣਾ, ਔਰ DIN ਉਦੋਂ ਨਹੀਂ ਮਿਲਣਾ ਜਿੰਨੀ ਦੇਰ ਤੱਕ ਤੁਹਾਨੂੰ ਡਿਜੀਟਲ ਸਿਗਨੇਚਰ ਨਹੀਂ ਮਿਲਣੇ। ਹੁਣ ਤੁਸੀਂ DIN ਵੀ ਹੈ, DIN ਬਣਾਉਣ ਵਾਸਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਕੋਈ ਉਹਦੇ ਵਿੱਚ ਸੇਮ ਪ੍ਰੋਸੀਜਰ ਹੈ ਜੋ ਇੰਡੀਆ ਦੇ ਵਿੱਚ ਬਾਕੀ ਇੰਡੀਅਨਸ ਵਾਸਤੇ ਹੈ। ਸੇਮ ਪ੍ਰੋਸੀਜਰ ਹੈ, ਉਹ 'ਚ ਕੋਈ ਲੰਬੀ ਚੌੜੀ ਹੈ, ਬਟ ਦ ਮੋਮੈਂਟ ਤੁਸੀਂ ਡਿਜੀਟਲ ਸਿਗਨੇਚਰ ਲੈ ਲੈਂਦੇ ਹੋ ਤੇ DIN ਤੁਹਾਨੂੰ ਆਟੋਮੈਟਿਕਲੀ ਤੁਸੀਂ ਅਪਲਾਈ ਕਰੋਗੇ, ਮਿਲ ਜਾਏਗਾ। ਹੁਣ DIN ਤੋਂ ਬਾਅਦ ਇਨ ਡਿਊ ਕੋਰਸ ਆਫ ਟਾਈਮ ਤੁਹਾਨੂੰ ਅਪਲਾਈ ਕਰਨਾ ਪਏਗਾ ਪੈਨ ਨੰਬਰ, ਪਰਮਾਨੈਂਟ ਅਕਾਊਂਟ ਨੰਬਰ ਔਰ TAN ਨੰਬਰ। TAN ਨੰਬਰ ਇਜ਼ ਟੈਕਸ ਡਿਡਕਸ਼ਨ ਐਂਡ ਕਲੈਕਸ਼ਨ ਨੰਬਰ ਜੀ। ਠੀਕ ਹੈ ਜੀ। ਇਹ ਜਿਸਲੇ ਚੀਜ਼ਾਂ ਹੋ ਜਾਣਗੀਆਂ, ਹੁਣ ਸ਼ੁਰੂ ਹੋਏਗਾ ਕਿ ਅਸੀਂ ਕੰਪਨੀ ਨੂੰ ਕਿਸ ਤਰ੍ਹਾਂ ਬਣਾਉਣਾ। ਕੰਪਨੀ ਵਾਸਤੇ ਹੁਣ ਪ੍ਰੋਸੈਸ ਸ਼ੁਰੂ ਹੋ ਜਾਏਗਾ ਇਨਕਾਰਪੋਰੇਸ਼ਨ ਦਾ। ਹੁਣ ਇਨਕਾਰਪੋਰੇਸ਼ਨ ਕਿਸ ਤਰ੍ਹਾਂ ਹੋਣੀ ਹੈ? ਮੈਂ ਸਭ ਤੋਂ ਪਹਿਲਾਂ ਜਿਹੜਾ ਮੇਨ ਡਾਕੂਮੈਂਟ ਹੈ ਉਹ ਹੈ ਮੈਮੋਰੰਡਮ ਐਂਡ ਆਰਟੀਕਲਸ ਆਫ ਐਸੋਸੀਏਸ਼ਨ। ਮੈਮੋਰੰਡਮ ਐਂਡ ਆਰਟੀਕਲਸ ਆਫ ਐਸੋਸੀਏਸ਼ਨ 'ਚ ਅਸੀਂ ਸੰਜੀਵ ਜੀ ਕੀ ਦਿੰਦੇ ਹਾਂ ਕਿ ਤੁਸੀਂ ਸਪੋਜ਼ ਇੱਥੇ ਮੈਨੂਫੈਕਚਰਿੰਗ ਕਰਨੀ ਜਾਂ ਤੁਸੀਂ ਟ੍ਰੇਡਿੰਗ ਕਰਨੀ ਹੈ ਜਾਂ ਤੁਹਾਡੇ ਕੀ ਹੈਗੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਆਬਜੈਕਟਸ। ਉਹ ਆਬਜੈਕਟਸ ਨੂੰ ਅਸੀਂ ਬੜਾ ਐਲੈਬੋਰੇਟਲੀ ਉਸ ਮੈਮੋਰੰਡਮ ਐਂਡ ਆਰਟੀਕਲ ਦੇ ਵਿੱਚ ਮੈਂਸ਼ਨ ਕਰਨੇ ਆ। ਔਰ ਇਹ ਵੀ ਚੀਜ਼ਾਂ ਕਈ ਹੁੰਦੀਆਂ ਨੇ ਕਿ ਤੁਸੀਂ ਕਹਿੰਦੇ ਹੋ ਜੀ ਅੱਜ ਮੈਂ ਇਹ ਕੰਮ ਕਰਨਾ, ਆਉਣ ਵਾਲੇ ਸਾਲ 'ਚ ਮੈਂ ਦੂਸਰਾ ਵੀ ਕੰਮ ਕਰ ਸਕਣਾ। ਉਹ ਫਿਰ ਸਾਡੇ ਸਬਸਿਡਰੀ ਆਬਜੈਕਟਸ ਹੋ ਜਾਂਦੇ। ਓਕੇ। ਉਹਨਾਂ ਨੂੰ ਵੀ ਅਸੀਂ ਉਸ ਮੈਮੋਰੰਡਮ ਦੇ ਵਿੱਚ ਮੈਮੋਰੰਡਮ ਐਂਡ ਆਰਟੀਕਲ ਆਬਜੈਕਟਸ ਅਸੀਂ ਮੇਨ ਆਬਜੈਕਟਸ ਹੁੰਦੇ ਨੇ, ਦੈਨ ਦੇਰ ਇਜ਼ ਸਬਸਿਡਰੀ ਆਬਜੈਕਟਸ। ਓਕੇ। ਉਸ ਤੋਂ ਇਲਾਵਾ ਕਈ ਰੂਟੀਨ ਨੇਚਰ ਦੀਆਂ ਚੀਜ਼ਾਂ ਨੇ ਕਿ ਇਹਦਾ ਫਾਈਨੈਂਸ਼ੀਅਲ ਈਅਰ ਕੀ ਹੋਏਗਾ, ਇਹ ਕੰਪਨੀ ਕਿੰਨਾ ਕੈਪੀਟਲ ਹੋਏਗਾ, ਕਿੰਨਾ ਅਥੋਰਾਈਜ਼ ਕੈਪੀਟਲ ਹੋਏਗਾ, ਕਿੰਨਾ ਪੇਡ ਅਪ ਕੈਪੀਟਲ ਹੋਏਗਾ, ਉਹਦੇ 'ਚ ਸਿਗਨੇਚਰਸ ਹੋਣਗੇ, ਵਿਟਨੈਸਿਸ ਹੋਣਗੀਆਂ, ਸਾਰੀਆਂ ਹੋ ਕੇ ਉਹ ਇੱਕ ਡਾਕੂਮੈਂਟ ਤਿਆਰ ਹੋ ਜਾਏਗਾ। ਉਹਦੇ ਨਾਲ ਹੋਰ ਕਈ ਕਿਸਮ ਦੇ ਫਾਰਮ ਨੇ ਜਿਹੜੇ ਅਸੀਂ ਫਾਈਲ ਕਰਨੇ ਆ ਵਿਦ ਰਜਿਸਟਰ। ਉਹਦੇ ਨਾਲ ਫੀਸ ਵੀ ਜਾਣੀ ਹੈ, ਜਿਹੜੀ ਕੰਪਨੀ ਦੀ ਰਜਿਸਟ੍ਰੇਸ਼ਨ ਫੀਸ ਜਾਣੀ ਹੈ। ਓਕੇ। ਉਹ ਡਾਕੂਮੈਂਟ ਜਿਹੜੇ ਨੇ ਅਸੀਂ ਫਾਈਲ ਕਰਨੇ ਆ ਵਿਦ ROC, ਉਹਨੂੰ ਰਜਿਸਟਰਾਰ ਆਫ ਕੰਪਨੀਜ਼ ਕਹਿੰਦੇ ਆ। ਤੇ ਉਹ ਇਹ ਇੱਕ ਪ੍ਰੋਸੈਸ ਹੈਗਾ ਤਕਰੀਬਨ 30 ਤੋਂ ਲੈ ਕੇ 60 ਦਿਨ ਦੇ ਟਾਈਮ ਦਾ। ਓਕੇ। ਐਂਡ 30 ਔਰ 60 ਦਿਨ ਦੇ ਬਾਅਦ ਜਿਹੜਾ ਹੈ ਤੁਹਾਡੇ ਕੰਪਨੀ ਤੁਹਾਡੀ ਇਨਕਾਰਪੋਰੇਟ ਹੋ ਜਾਂਦੀ ਹੈ, ਤੁਹਾਡੀ ਕੰਪਨੀ ਬਣ ਜਾਂਦੀ ਹੈ। ਨਾਓ ਤੁਸੀਂ ਹੁਣ ਤੁਹਾਡਾ ਟਾਈਮ ਆ ਗਿਆ ਕੰਮ ਸ਼ੁਰੂ ਕਰਨ ਦਾ। ਜੀ, ਮੇਰਾ ਟਾਈਮ ਆ ਗਿਆ ਕੰਮ ਸ਼ੁਰੂ ਕਰਨ ਦਾ। ਤੇ ਹੁਣ ਮੈਂ ਇੱਕ ਜਿਹੜੀ ਬੜੀ ਤੁਹਾਨੂੰ ਇੰਪੋਰਟੈਂਟ ਗੱਲ ਜਿਹੜੀ ਦੱਸਣੀ ਚਾਹਾਂਗਾ, ਇੱਕ ਵਰਡ ਚੱਲ ਰਿਹਾ ਹੈ ਫੋਰਨ ਇਨਵੈਸਟਮੈਂਟ ਦੇ ਵਿੱਚ, FDI ਦਾ, ਫੋਰਨ ਡਾਇਰੈਕਟ ਇਨਵੈਸਟਮੈਂਟ। ਇਹ ਮੇਰੇ ਜਿਹੜੇ NRI ਭਰਾ ਨੇ ਜਾਂ ਜਿਹੜੇ ਮੇਰੇ ਫੋਰਨਰਸ ਹੈਗੇ ਨੇ, ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਚੀਜ਼ ਟਰਮ ਹੈ ਕੀ ਹੈ, ਫੋਰਨ ਡਾਇਰੈਕਟ ਇਨਵੈਸਟਮੈਂਟ ਹੈ ਕੀ ਹੈ। ਫੋਰਨ ਡਾਇਰੈਕਟ ਇਨਵੈਸਟਮੈਂਟ ਸੰਜੀਵ ਜੀ ਇਹ ਹੈ ਕਿ ਜਿਸਲੇ ਤੁਸੀਂ ਇੱਥੇ ਕੰਮ ਕਰੋਗੇ, ਜਿਸਲੇ ਤੁਸੀਂ ਇੱਥੇ ਆਪਣੀ ਇਨਵੈਸਟਮੈਂਟ ਇਨਫਿਊਜ਼ ਕਰੋਗੇ, ਜਿਸਲੇ ਤੁਸੀਂ ਇੱਥੇ ਆਪਣਾ ਪੈਸਾ ਲਗਾਓਗੇ ਜੀ, ਨੈਚੁਰਲੀ ਕੰਪਨੀ ਚੱਲੇਗੀ। ਕੰਪਨੀ ਚੱਲੇਗੀ, ਉਹਦੀ ਪ੍ਰੋਫਿਟੇਬਿਲਿਟੀ ਨਿਕਲੇਗੀ। ਜੇ ਉਹ ਵਾਲਾ ਪ੍ਰੋਫਿਟ ਤੁਸੀਂ ਰੀਪੈਟਰੀਏਟ ਵਾਪਸ ਕਰਦੇ ਹੋ ਆਪਣੀ ਕੰਪਨੀ ਉੱਥੇ ਕੰਟਰੀ ਨੂੰ ਜਿੱਥੋਂ ਤੁਸੀਂ ਅਮਾਊਂਟ ਆਈ ਹੈ, ਉਹਨੂੰ ਅਸੀਂ FDI ਕਹਾਂਗੇ, ਫੋਰਨ ਡਾਇਰੈਕਟ ਇਨਵੈਸਟਮੈਂਟ। ਹੁਣ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਅੱਗੋਂ ਰੂਟ ਨੇ, ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਅੱਗੋਂ ਰੂਟ ਨੇ। ਰੂਟ ਤੁਹਾਡਾ ਡਿਪੈਂਡ ਕਰਦਾ ਹੈ ਕਿ ਤੁਸੀਂ ਕੀ ਮੈਨੂਫੈਕਚਰ ਕਰ ਰਹੇ ਹੋ, ਵੈਦਰ ਦੈਟ ਇਜ਼ ਕਵਰਡ ਬਾਈ ਦਾ ਗਵਰਨਮੈਂਟ ਔਰ ਇਟ ਇਜ਼ ਅ ਡਾਇਰੈਕਟ ਰੂਟ। This is divided into two routes, direct route
ਔਰ ਰੂਟ ਪ੍ਰਸਕ੍ਰਾਈਬਡ ਬਾਈ ਦਾ ਗਵਰਨਮੈਂਟ। ਜਿਹੜਾ ਡਾਇਰੈਕਟ ਰੂਟ ਹੈ ਮੋਸਟਲੀ 90% ਅਮਾਊਂਟ ਜਿਹੜੀ ਹੈ ਉਹ ਤੁਹਾਡੀ ਡਾਇਰੈਕਟ ਰੂਟ 'ਚ ਆ ਜਾਂਦੀ ਹੈ। ਇਟ ਇਜ਼ ਓਨਲੀ ਕੋਈ ਸਪੈਸੀਫਿਕ ਚੀਜ਼ਾਂ ਨੇ ਜਿਹੜੀਆਂ ਗਵਰਨਮੈਂਟ ਰੂਟ ਦੇ ਵਿੱਚ ਆਉਂਦੀਆਂ ਨੇ। ਦਾ ਮੋਮੈਂਟ ਯੂ ਡੂ ਇਟ ਕਿ ਉਹ ਤੁਸੀਂ ਫਰਜ਼ ਕਰ ਲਓ ਆਪਣੇ ਜਿਹੜੇ ਪ੍ਰੋਫਿਟਸ ਨੇ ਉਹ ਰੀਪੈਟਰੀਏਟ ਕਰਨੇ ਨੇ ਵਾਪਸ ਆਪਣੇ ਕੰਟਰੀ ਨੂੰ। ਪ੍ਰੋਫਿਟ ਆਈ ਐਮ ਟਾਕਿੰਗ ਅਬਾਊਟ ਪ੍ਰੋਫਿਟਸ ਉਹਨਾਂ ਪ੍ਰੋਫਿਟੇਬਿਲਿਟੀ ਦੀ ਇੱਥੇ ਟੈਕਸੇਸ਼ਨ ਅਲੱਗ ਹੈ। ਟੈਕਸੇਸ਼ਨ ਅਲੱਗ ਹੈ, ਬਟ ਜਿਸ ਲਈ ਤੁਸੀਂ ਅਮਾਊਂਟ ਰੀਪੈਟਰੀਏਟ ਕਰੋਗੇ ਤੇ ਉਹ ਇਨਕਮ ਬਣ ਜਾਏਗੀ ਤੁਹਾਡੀ ਉਸ ਕੰਪਨੀ ਦੇ ਵਿੱਚ ਜਿੱਥੋਂ ਤੁਸੀਂ ਆਇਆ। ਕਿਉਂਕਿ ਸਪੋਜ਼ ਤੁਸੀਂ ਇੱਕ ਫੋਰਨ ਨੈਸ਼ਨਲ ਹੋ, ਨਾਨ ਰੈਜ਼ੀਡੈਂਟ ਹੋ, ਅਮਾਊਂਟ ਉੱਥੋਂ ਆਈ ਹੈ, ਉੱਥੇ ਵੀ ਤੁਸੀਂ ਰਿਟਰਨ ਭਰਦੇ ਹੋ ਇਨਕਮ ਟੈਕਸ ਦੀ, ਇੱਥੇ ਵੀ ਤੁਸੀਂ ਰਿਟਰਨ ਭਰਦੇ ਹੋ ਇਨਕਮ ਟੈਕਸ ਦੀ। ਇੱਥੇ ਜਿਹੜਾ ਤੁਸੀਂ ਟੈਕਸ ਦਿਓਗੇ ਉਹ ਬੇਸਡ ਔਨ ਦਾ ਫੋਰਨ ਟ੍ਰੀਟੀ ਵਿਦ ਦੈਟ ਕੰਟਰੀ, ਉਹਨਾਂ ਨੂੰ ਉਹਦਾ ਉੱਥੇ ਰਿਲੀਫ ਮਿਲ ਜਾਏਗਾ। ਰਾਈਟ ਠੀਕ ਹੈ ਨਾ। ਸੋ ਹੁਣ ਤੁਹਾਡੀ ਇਹ ਹੋ ਗਈ ਤੁਹਾਡਾ ਗਵਰਨਮੈਂਟ ਰੂਟ ਤੇ ਡਾਇਰੈਕਟ ਰੂਟ, ਤੇ ਤੁਹਾਡੀ ਕੰਪਨੀ ਹੋ ਗਈ ਇਨਕਾਰਪੋਰੇਟ। ਤੇ ਹੁਣ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਿਹੜੀਆਂ ਤੁਹਾਡੀਆਂ ਕੋਈ ਇਹਦੇ ਵਿੱਚ ਸਮਝਦੇ ਹੋ ਕੁਐਰੀਜ਼ ਹੈਗੀਆਂ। ਬਿਲਕੁਲ ਕੁਐਰੀਜ਼ ਨੇ, ਕਿਉਂਕਿ ਸਾਡੇ ਦਰਸ਼ਕ ਇਹ ਜਾਣਨਾ ਚਾਹੁੰਦੇ ਨੇ ਹਰ ਚੀਜ਼ ਨੂੰ ਬਿਲਕੁਲ ਕੇਅਰਫੁਲੀ ਉਹ ਲੋਕ ਸਮਝ ਕੇ ਅੰਡਰਸਟੈਂਡ ਕਰਕੇ ਫਿਰ ਇਨਵੈਸਟਮੈਂਟ ਕਰਨਗੇ, ਬਿਕੋਜ਼ ਹਾਰਡ ਅਰਨਡ ਮਨੀ ਹੈ। ਇਸ ਕਰਕੇ ਇਨਵੈਸਟਮੈਂਟ ਤੋਂ ਪਹਿਲਾਂ ਬਹੁਤ ਕੁਝ ਪੁੱਛਣਾ ਚਾਹੁੰਦੇ ਨੇ। ਬਿਲਕੁਲ। ਸਭ ਤੋਂ ਪਹਿਲਾਂ ਇਹ ਹੈ ਕਿ ਜਦੋਂ ਆਪਾਂ ਕਿਹਾ ਕਿ ਡਾਇਰੈਕਟ ਇਨਵੈਸਟਮੈਂਟ, ਹਾਂ, ਤਾਂ ਕੀ ਡਾਇਰੈਕਟ ਇਨਵੈਸਟਮੈਂਟ ਕਰਨ ਵਾਸਤੇ ਇੱਕ ਤਾਂ ਦੂਸਰਾ ਰੂਟ ਹੈ ਜੋ ਗਵਰਨਮੈਂਟ ਦੇ ਜ਼ਰੀਏ ਹੈ, ਇੱਕ ਹੈ ਡਾਇਰੈਕਟ ਇਨਵੈਸਟਮੈਂਟ। ਇੱਥੇ ਕੋਈ ਲੀਗਲ ਮਾਈਂਡ, ਕੋਈ ਫਾਈਨੈਂਸ਼ੀਅਲ ਐਡਵਾਈਜ਼ਰ, ਇਸ ਤਰ੍ਹਾਂ ਦਾ ਕੋਈ ਲੀਗਲ ਪਰਸਨ ਲੋਕਲ ਉਹਨਾਂ ਨੂੰ ਚਾਹੀਦਾ ਹੋਏਗਾ ਜਾਂ ਉਸ ਤੋਂ ਬਿਨਾਂ ਕੰਮ ਚੱਲ ਸਕਦਾ ਹੈ? ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਰਿਵੋਲਵ ਅਰਾਊਂਡ ਕਰ ਰਹੇ ਹਾਂ ਪ੍ਰਾਈਵੇਟ ਲਿਮਿਟਿਡ ਕੰਪਨੀ। ਪ੍ਰਾਈਵੇਟ ਲਿਮਿਟਿਡ ਕੰਪਨੀ 'ਤੇ ਮੈਂ ਅੱਗੇ ਤੁਹਾਨੂੰ ਦੱਸਿਆ ਕਿ ਇੱਕ ਡਾਇਰੈਕਟਰ ਜਿਹੜਾ ਉਹ ਇੰਡੀਅਨ ਹੋਣਾ ਜ਼ਰੂਰੀ ਹੈ। ਇੰਡੀਅਨ ਹੋਣਾ ਜ਼ਰੂਰੀ ਹੈ, ਅਤੇ ਉਹਦੇ ਨਾਲ ਉਹ ਜਿਹੜੀ ਲੋਕਲ ਜੋ ਸਾਰੀਆਂ ਪ੍ਰੋਬਲਮਸ ਨੇ ਜਾਂ ਜੋ ਉਹ ਸੋਲਵ ਕਰੇਗਾ। ਦਿਸ ਇਜ਼ ਅ ਮਸਟ ਕਿ ਇੱਕ ਇਹਦੇ ਕਰਕੇ ਤੁਸੀਂ ਮਤਲਬ ਕੰਪਨੀ ਨਹੀਂ ਬਣ ਸਕਦੀ ਜੇ ਤੁਹਾਡਾ ਇੱਕ ਲੋਕਲ ਇੰਡੀਅਨ ਡਾਇਰੈਕਟਰ ਨਹੀਂ ਹੈਗਾ। ਸੋ ਇਹਦੇ ਵਾਸਤੇ ਲੀਗਲ ਪਰਸਨ ਹੋਣਾ ਮਸਟ ਹੈ। ਹਾਂ, ਮਸਟ ਸ਼ੋਰ ਕਿ ਲੋਕਲ ਲੈਵਲ ਦੇ ਉੱਤੇ ਤੁਹਾਨੂੰ ਇੱਕ ਲੀਗਲ ਪਰਸਨ ਚਾਹੀਦਾ, ਇਸ ਕਰਕੇ ਦੈਟ ਇਜ਼ ਅ ਮਸਟ। ਸੋ ਦੂਸਰਾ ਹੈ ਕਿ ਜਿਹੜਾ ਇਨਵੈਸਟਰ ਹੈ ਉਹਨੂੰ ਕੋਈ ਰੈਜ਼ੀਡੈਂਸੀ ਵੀਜ਼ਾ ਦੀ ਜ਼ਰੂਰਤ ਹੈ ਜਦੋਂ ਇੱਥੇ ਇਨਵੈਸਟ ਕਰਨਾ ਚਾਹੁੰਦਾ? ਨਹੀਂ, ਉਹਦੀ ਕੋਈ ਉਹਨੂੰ ਜਿਹੜਾ ਫਰਜ਼ ਕਰ ਲਓ ਤੁਹਾਡਾ ਜਿਹੜਾ ਤੇ ਸਾਡਾ NRI ਭਰਾ ਹੈ, ਨਾਨ ਰੈਜ਼ੀਡੈਂਟ ਇੰਡੀਅਨ ਹੈ, ਉਹਨਾਂ ਕੋਲ ਤੇ ਵੈਸੇ ਹੀ ਸਿੰਸ ਦੇ ਆਰ ਨਾਨ ਰੈਜ਼ੀਡੈਂਟ ਇੰਡੀਅਨਸ, ਉਹਨਾਂ ਕੋਲ ਕਿਸੇ ਕੋ ਜਿਹੜਾ ਉਹ ਕਾਰਡ ਹੈ ਜਿਹੜਾ ਇੰਡੀਅਨ ਓਰੀਜਨ ਦਾ ਉਹ ਵੱਖਰਾ ਹੁੰਦਾ। ਬਟ ਜਿਹੜੇ ਸਾਡੇ ਫੋਰਨ ਭਰਾ ਹੈਗੇ ਨੇ, ਜਿਹੜੇ ਫੋਰਨ ਭਰਾ ਨੇ ਜਿਹੜੇ ਉਹਨਾਂ ਨੇ ਇੱਥੇ ਇਨਵੈਸਟ ਕਰਨਾ, ਉਹਨਾਂ ਨੂੰ ਕੋਈ ਰੈਜ਼ੀਡੈਂਸੀ ਵੀਜ਼ੇ ਦੀ ਕੋਈ ਇੰਡੀਆ ਵਾਸਤੇ ਲੋੜ ਨਹੀਂ। ਓਕੇ, ਉਸ ਤੋਂ ਬਿਨਾਂ ਹੀ ਕੰਮ ਕਰ ਸਕਦੇ ਨੇ। ਇੱਕ ਤੁਸੀਂ ਟਰਮ ਯੂਜ਼ ਕੀਤੀ ਸੀ ਯੂਟਿਲਿਟੀ ਬਿੱਲ। ਹਾਂਜੀ, ਜੇ ਯੂਟਿਲਿਟੀ ਬਿੱਲ ਨਹੀਂ ਮਿਲਦਾ ਤਾਂ ਫਿਰ ਰੈਜ਼ੀਡੈਂਸ਼ੀਅਲ ਐਡਰੈਸ ਲਈ ਤਾਂ ਕੀ ਆਪਸ਼ਨਸ ਅਵੇਲੇਬਲ ਨੇ? ਕਿਉਂਕਿ ਆਪਣਾ ਉਹਨਾਂ ਨੂੰ ਦੱਸਣਾ ਤਾਂ ਪਏਗਾ ਨਾ ਕਿ ਰੈਜ਼ੀਡੈਂਸ ਕਿੱਥੇ ਹੁੰਦਾ। ਹਾਂ, ਬਿਲਕੁਲ। ਇਹ ਦੇਖੋ ਸੰਜੀਵ ਜੀ, ਇਸ ਤਰ੍ਹਾਂ ਹੈਗਾ ਕਿ ਯੂਟਿਲਿਟੀ ਬਿੱਲ ਕਿਹੜੇ ਹੁੰਦੇ ਨੇ? ਯੂਟਿਲਿਟੀ ਬਿੱਲ ਹੋ ਜਾਂਦੇ ਨੇ ਜਿਸ ਤਰ੍ਹਾਂ ਤੁਹਾਡਾ ਟੈਲੀਫੋਨ ਦਾ ਹੈ, ਇਲੈਕਟ੍ਰਿਸਿਟੀ ਬਿੱਲ ਹੈ, ਇਹੋ ਜਿਹੀਆਂ ਕਈ, ਇਹਨੂੰ ਅਸੀਂ ਯੂਟਿਲਿਟੀ ਬਿੱਲ ਕਹਿੰਦੇ। ਟੈਲੀਫੋਨ ਦਾ ਬਿੱਲ ਆ ਗਿਆ। ਇਸ ਤਰ੍ਹਾਂ ਅਗਰ ਫਰਜ਼ ਕਰ ਲਓ ਸਾਡੇ ਕੋਲ ਕੋਈ ਯੂਟਿਲਿਟੀ ਬਿੱਲ ਅਵੇਲੇਬਲ ਨਹੀਂ ਹੈਗਾ, ਤੇ ਜੇ ਸਾਡੀ ਇਹ ਤਾਂ ਡੈਫੀਨੇਟ ਹੋਏਗਾ ਨਾ, ਜਿਹੜਾ ਬੰਦਾ ਬਾਹਰ ਰਹਿੰਦਾ ਉਹਦਾ ਬੈਂਕ ਅਕਾਊਂਟ ਜ਼ਰੂਰ ਹੋਏਗਾ। ਬੈਂਕ ਅਕਾਊਂਟ ਜ਼ਰੂਰ ਹੋਏਗਾ। ਜੇ ਉਹ ਉੱਥੇ ਸਾਨੂੰ ਬੈਂਕ ਸਟੇਟਮੈਂਟ ਵਿਦ ਐਡਰੈਸ ਪ੍ਰੋਵਾਈਡ ਕਰ ਦੇਗਾ ਤੇ ਸਾਡਾ ਕੰਮ ਉਹਦੇ ਨਾਲ ਵੀ ਚੱਲ ਜਾਏਗਾ। ਓਕੇ। ਸੋ ਯੂਟਿਲਿਟੀ ਬਿੱਲ ਜੇ ਨਹੀਂ ਹੈਗਾ ਤੁਹਾਡੇ ਕੋਲ, ਨਹੀਂ ਅਵੇਲੇਬਲ, ਕਿਉਂਕਿ ਐਡਰੈਸ ਪ੍ਰੂਫ ਤੋਂ ਬਿਨਾਂ ਕੋਈ ਵੀ ਗੱਲ ਅੱਗੇ ਚੱਲਣੀ ਨਹੀਂ ਹੈ। ਠੀਕ ਹੈ ਨਾ ਜੀ। ਨਾ ਸਾਨੂੰ ਡਿਜੀਟਲ ਸਿਗਨੇਚਰ ਮਿਲਣੇ ਨੇ, ਨਾ ਸਾਨੂੰ ਡਿਨ ਮਿਲਣਾ। ਸੋ ਉਹਦੇ ਕਰਕੇ ਇਹ ਚੀਜ਼ਾਂ ਜ਼ਰੂਰੀ ਹੋ ਜਾਣਗੀਆਂ, ਔਰ ਜਿਹੜੀ ਬੈਂਕ ਸਟੇਟਮੈਂਟ ਹੈ ਉਹ ਸਾਨੂੰ ਸਫਾਈਸ ਹੋ ਜਾਏਗੀ। ਬਿਲਕੁਲ ਠੀਕ ਹੈ। ਮਤਲਬ ਇੱਕ ਐਸਾ ਡਾਕੂਮੈਂਟ ਜਿਹਦੇ ਉੱਤੇ ਟਰਸਟ ਕੀਤਾ ਜਾ ਸਕੇ, ਉਹਦੇ ਉੱਤੇ ਤੁਹਾਡਾ ਰੈਜ਼ੀਡੈਂਸ਼ੀਅਲ ਐਡਰੈਸ ਉਹ ਪ੍ਰੂਫ ਦੇ ਤੌਰ ਤੇ ਐਕਸੈਪਟ ਹੋ ਜਾਏਗਾ। ਫਿਰ ਇਹ ਹੈ ਕਿ ਅੱਜ ਅਸੀਂ ਕੰਪਨੀ ਬਣਾ ਲੈਂਦੇ ਹਾਂ, ਅੱਜ ਅਸੀਂ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਕੰਪਨੀ ਐਸਟੈਬਲਿਸ਼ ਕਰ ਲਈ ਨਾ। ਫਿਊਚਰ ਕਿਉਂਕਿ ਚੇਂਜਸ ਆਉਂਦੀਆਂ ਰਹਿੰਦੀਆਂ ਨੇ, ਗਵਰਨਮੈਂਟ ਪਾਲਿਸੀ ਚੇਂਜ ਹੁੰਦੀ ਹੈ, ਕਈ ਵਾਰ ਤੁਹਾਡੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਚੇਂਜ ਹੁੰਦੀਆਂ ਨੇ, ਹੋਰ ਵੀ ਕਈ ਪ੍ਰੈਸ਼ਰਸ ਆਉਂਦੇ ਨੇ, ਫੈਮਿਲੀ ਪ੍ਰੈਸ਼ਰਸ, ਐਨੀਥਿੰਗ ਚੇਂਜਸ ਦ ਲਾਅ ਆਫ ਨੇਚਰ। ਸੋ ਇਸ ਤਰ੍ਹਾਂ ਕੋਈ ਚੇਂਜ ਆ ਜਾਂਦੀ ਹੈ ਤਾਂ ਜੋ ਇਸ ਵਕਤ ਉਹਦਾ ਪ੍ਰੈਜ਼ੈਂਟ ਸਟੇਟਸ ਹੈ ਉਹਦੇ ਵਿੱਚ ਕੋਈ ਚੇਂਜਸ ਕਰ ਸਕਦੇ ਹਾਂ ਫਿਊਚਰ ਵਾਸਤੇ? ਕੋਈ ਅਸੀਂ ਇਹ ਸੋਚ ਕੇ ਚੱਲੀਏ। ਬੜਾ ਤੁਸੀਂ ਵੈਲਿਡ ਤੇ ਰੈਲੇਵੈਂਟ ਕੁਐਸਚਨ ਪੁੱਛਿਆ ਜੀ। ਤੁਸੀਂ ਸ਼ੁਰੂ ਹੁੰਦੇ ਹੋ ਬੜੇ ਇੱਕ ਛੋਟੇ ਜਿਹੇ ਲੈਵਲ ਤੋਂ, ਠੀਕ ਹੈ, ਲੈਵਲ ਤੋਂ ਸ਼ੁਰੂ ਹੁੰਦੇ ਹੋ, ਤੁਹਾਨੂੰ ਉਹਦੇ 'ਚ ਇਨਕਰੇਜਮੈਂਟ ਮਿਲਦੀ ਹੈ, ਤੁਹਾਡਾ ਕੰਮ ਉੱਪਰ ਜਾਂਦਾ ਹੈ, ਤੁਹਾਡੀਆਂ ਸੇਲਸ ਉੱਪਰ ਜਾਂਦੀਆਂ ਨੇ,
ਤੇ ਤੁਸੀਂ ਕਿਸੇ ਟਾਈਮ ਤੇ ਫੀਲ ਕਰਦੇ ਹੋ ਕਿ ਜੀ ਮੈਂ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾਈ ਹੈ ਤੇ ਮੈਂ ਇਹਨੂੰ ਐਕਸਪੈਂਡ ਕਰਨਾ ਚਾਹੁੰਦਾ, ਆਈ ਵਾਂਟ ਟੂ ਕਨਵਰਟ ਇਟ ਇਨਟੂ ਅ ਪਬਲਿਕ ਪਬਲਿਕ ਲਿਮਿਟਿਡ, ਲਿਮਿਟਡ। ਠੀਕ ਹੈ ਨਾ। ਉਹਦਾ ਤੁਸੀਂ 1 ਸਾਲ ਦੇ ਬਾਅਦ, ਆਫਟਰ ਅਬਾਊਟ 1 ਈਅਰ, ਮਤਲਬ ਮਿਨੀਮਮ 1 ਈਅਰ ਤੋਂ ਨਹੀਂ, 1 ਈਅਰ ਤੋਂ ਬਾਅਦ ਜੇ ਤੁਸੀਂ ਇਹ ਫੀਲ ਕਰਦੇ ਹੋ ਕਿ ਮੇਰੀ ਜਿਹੜੀ ਕੰਪਨੀ ਹੈ ਉਹ ਐਕਸਪੈਂਡ ਕਰ ਗਈ ਹੈ ਔਰ ਮੈਨੂੰ ਇੱਥੋਂ ਹੁਣ ਕੈਪੀਟਲ ਦੀ ਲੋੜ ਹੈ, ਮੈਂ ਇਕੁਇਟੀ ਜਿਹੜੀ ਹੈ ਉਹ ਸ਼ੇਅਰ ਹੋਲਡਰਸ ਕੋਲ ਲਵਾਂ, ਤੇ ਉਹਨੂੰ ਤੁਸੀਂ ਐਕਸਪੈਂਡ ਕਰਨ ਵਾਸਤੇ ਯੂ ਕੈਨ ਚੇਂਜ ਇਟ ਟੂ ਦਾ ਪਬਲਿਕ ਲਿਮਿਟਿਡ ਕੰਪਨੀ। ਉਹਦੇ ਵਿੱਚ ਕਾਫੀ ਥੋੜ੍ਹੇ ਜਿਹੇ ਪ੍ਰੋਸੀਜਰ ਹੈਗੇ ਨੇ, ਕੋਈ ਬਹੁਤੇ ਲੰਬੇ ਚੌੜੇ ਪ੍ਰੋਸੀਜਰ ਨਹੀਂ ਹੈ, ਉਹ ਪ੍ਰੋਸੀਜਰ ਹੈਗੇ ਨੇ, ਉਹਨੂੰ ਅਡਾਪਟ ਕਰਾਂਗੇ ਤਾਂ ਪਬਲਿਕ ਲਿਮਿਟਿਡ ਕੰਪਨੀ ਬਣ ਜਾਏਗੀ। ਯਾ ਮਤਲਬ ਮੈਨੂੰ ਹੁਣ ਸ਼ੇਅਰ ਮਾਰਕੀਟ 'ਚ ਉਤਰਨਾ ਚਾਹੀਦਾ ਹੈ, ਮੇਰੇ FPOs ਆਉਣਗੇ, ਹਾਂ, ਬਿਲਕੁਲ। ਇਹ ਸਭ ਸੋਚ ਕੇ ਜੇ ਚੱਲੇ ਡਿਪੈਂਡਿੰਗ ਅਪੋਨ ਯੋਰ ਬਿਜ਼ਨਸ, ਕਿੰਨੀ ਕੁ ਤੁਹਾਡੀ ਟਰਨਓਵਰ ਉੱਪਰ ਗਈ ਹੈ, ਕਿੰਨਾ ਕੁ ਤੁਹਾਡਾ ਪ੍ਰੋਫਿਟ ਉੱਪਰ ਆਇਆ ਹੈ, ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ ਤੁਹਾਨੂੰ ਫੋਰਸ ਕਰ ਦਿੰਦੀਆਂ ਨੇ ਕਿ ਮੈਂ ਇਹਨੂੰ ਪਬਲਿਕ ਲਿਮਿਟਿਡ ਕੰਪਨੀ ਬਣਾਵਾਂ। ਤੇ ਜੇ ਪਬਲਿਕ ਲਿਮਿਟਿਡ ਕੰਪਨੀ ਤੁਸੀਂ ਬਣਾਉਣੀ ਹੈ ਤਾਂ 1 ਸਾਲ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ। ਕੋਈ ਪ੍ਰੋਬਲਮ ਨਹੀਂ, ਹਰ ਬੰਦਾ ਫਲਰਿਸ਼ ਕਰਨਾ ਚਾਹੁੰਦਾ ਹੈ, ਬਿਲਕੁਲ। ਸੋ ਇਟ ਇਜ਼ ਮਤਲਬ ਅਲਾਉਡ ਅਕੋਰਡਿੰਗ ਟੂ ਦ ਲਾਅ। ਸੋ ਇੱਕ ਚੀਜ਼ ਹੈ ਕਿ ਜਦੋਂ ਗਵਰਨਮੈਂਟ ਦੇਖਦੀ ਹੈ ਕਿ ਤੁਸੀਂ ਬਾਹਰੋਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਹਾਲਾਂਕਿ ਬੜੀ ਜੋ ਇੰਡੀਅਨ ਗਵਰਨਮੈਂਟ ਹੈ ਬੜੀ ਇਹਦੇ 'ਚ ਇਲਾਸਟਿਸਿਟੀ ਰੱਖੀ ਹੋਈ ਹੈ ਉਹਨਾਂ ਨੇ ਕਿ ਇਨਵੈਸਟਰਸ ਆਉਣ, ਸਾਡੀ ਇਕੋਨਮੀ ਦੇ ਵਿੱਚ ਇਨਵੈਸਟ ਕਰਨ, ਐਨਰਿਚ ਕਰਨ ਸਾਡੀ ਇਕੋਨਮੀ ਨੂੰ। ਈਵਨ ਪੰਜਾਬ ਗਵਰਨਮੈਂਟ ਵੀ ਟਰਾਈ ਕਰ ਰਹੀ ਹੈ ਕਿ ਸਾਨੂੰ ਇਨਵੈਸਟਰਸ ਮਿਲ ਜਾਣ। ਸੋ ਇਹਦੇ ਵਿੱਚ ਜਦੋਂ ਗਵਰਨਮੈਂਟ ਹਰ ਚੀਜ਼ ਦੀ ਫੈਸਿਲਿਟੀ ਦਿੰਦੀ ਹੈ ਕਿ ਲਾਇਸੈਂਸਿੰਗ ਬਿਲਕੁਲ ਈਜ਼ੀ ਰਹੇਗੀ, ਹੋਰ ਵੀ ਕੋਈ ਲੀਗਲ ਦੁਸ਼ਵਾਰੀਆਂ ਨਹੀਂ ਆਉਣਗੀਆਂ, ਵੀਲ ਹੈਲਪ ਯੂ, ਤਾਂ ਗਵਰਨਮੈਂਟ ਵੀ ਚਾਹੇਗੀ ਕਿ ਕੁਝ ਅਮਾਊਂਟ ਲੈ ਕੇ ਆਉਣ, ਕੁਝ ਇੱਦਾਂ ਦੀ ਅਮਾਊਂਟ ਹੋਵੇ ਜਿਹੜੀ ਵਾਕਈ ਹੀ ਸਾਡੀ ਇਕੋਨਮੀ ਨੂੰ ਬੂਸਟ ਕਰ ਸਕੇ, ਕੋਈ ਲਾਰਜ ਅਮਾਊਂਟ ਹੋਵੇ, ਕਿਉਂਕਿ ਗਵਰਨਮੈਂਟ ਇੰਟਰਸਟਿਡ ਹੈ ਵੱਧ ਤੋਂ ਵੱਧ ਇਨਵੈਸਟਮੈਂਟ ਵਾਸਤੇ। ਕੋਈ ਫਿਕਸਡ ਅਮਾਊਂਟ ਰੱਖੀ ਹੋਈ ਹੈ ਕਿ ਇੰਨੀ ਅਮਾਊਂਟ ਲਿਆਉਣੀ ਪਏਗੀ ਤਾਂ ਹੀ ਕੰਪਨੀ ਖੋਲ੍ਹ ਸਕਦੇ ਹੋ? ਸੰਜੀਵ ਜੀ, ਇਹ ਬੜਾ ਹੀ ਵੈਲਿਡ ਤੇ ਵਧੀਆ ਕੁਐਸਚਨ ਤੁਸੀਂ ਪੁੱਛਿਆ ਹੈ। ਕੰਪਨੀ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾਉਣ ਵਾਸਤੇ ਤੁਹਾਨੂੰ ਮਿਨੀਮਮ 1 ਲੱਖ ਰੁਪਏ ਦੀ ਮਿਨੀਮਮ ਕੈਪੀਟਲ ਲਿਆਉਣਾ ਜ਼ਰੂਰੀ ਹੈ। ਮਿਨੀਮਮ 1 ਲੱਖ। ਹਾਲਾਂਕਿ ਬੜੀ ਮੀਗਰ ਜੀ ਅਮਾਊਂਟ ਹੈ, ਬੜੀ ਛੋਟੀ ਜੀ ਅਮਾਊਂਟ ਹੈ, ਹੁੰਦੀ ਨਹੀਂ। ਲੋਕ ਜਿਹੜੇ ਬਣਾਉਂਦੇ ਨੇ 50 ਲੱਖ ਕਰੋੜ, 2 ਕਰੋੜ, 10 ਕਰੋੜ ਦੀ ਕੰਪਨੀ ਬਣਾਉਂਦੇ ਨੇ, ਬਟ ਜਿਹੜੀ ਮਿਨੀਮਮ ਰਿਕੁਆਇਰਮੈਂਟ ਹੈ ਸਾਡੇ ਵਾਸਤੇ ਕੰਪਨੀ ਨੂੰ ਇਨਕਾਰਪੋਰੇਟ ਕਰਨ ਵਾਸਤੇ, ਉਹ 1 ਲੱਖ ਹੈ। ਹੁਣ ਇੱਥੇ ਮੈਂ ਥੋੜ੍ਹਾ ਜਿਹਾ ਐਲੈਬੋਰੇਟ ਕਰਾਂਗਾ ਫਰਦਰ ਕਿ ਜੇ ਫਰਜ਼ ਕਰ ਲਓ 1 ਲੱਖ ਨਾਲ ਤੁਸੀਂ ਕੰਪਨੀ ਜਸਟ ਇਨੀਸ਼ੀਅਲੀ ਬਣਾ ਲਈ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਹਦੇ 'ਚ ਹੋਰ ਕੈਪੀਟਲ ਇਨਫਿਊਜ਼ ਕਰਨਾ, ਤੇ ਹੋਰ ਕੈਪੀਟਲ ਇਨਫਿਊਜ਼ ਹੋ ਜਾਏਗਾ। ਜਿਹੜੇ ਤੁਹਾਡੇ ਆਬਜੈਕਟਸ ਜਾਂ ਜਿਹੜੀ ਤੁਹਾਡੀ ROC ਦੇ ਕੋਲ ਜਿਹੜੀਆਂ ਰਿਕੁਆਇਰਮੈਂਟਸ ਅਸੀਂ ਪੂਰੀਆਂ ਕਰਾਂਗੇ ਤੇ ਸਾਡਾ ਕੈਪੀਟਲ ਇਨਫਲੇਟ ਹੋ ਜਾਏਗਾ, ਸਾਡਾ ਆਥੋਰਾਈਜ਼ ਕੈਪੀਟਲ ਵੀ ਉੱਪਰ ਚਲਾ ਜਾਏਗਾ, ਸਾਡਾ ਪੇਡ ਅਪ ਕੈਪੀਟਲ ਵੀ ਉੱਪਰ ਚਲਾ ਜਾਏਗਾ। ਸੋ ਉਹਦੇ 'ਚ ਕੋਈ ਪ੍ਰੋਬਲਮ ਨਹੀਂ, ਬਟ ਮਿਨੀਮਮ ਰਿਕੁਆਇਰਮੈਂਟ of a private limited company to be formed is 1 lakh of rupees। 1 ਲੱਖ, ਕਿਉਂਕਿ ਸਾਡੀ ਇੰਡੀਅਨ ਗਵਰਨਮੈਂਟ ਇਹ ਵੀ ਚਾਹੁੰਦੀ ਹੈ ਨਾ ਕਿ ਸਟਾਰਟਅਪਸ ਹੋਣ। ਹਾਂ, ਹੋ ਸਕਦਾ ਇਹ ਵੀ ਇੱਕ ਸਟਾਰਟਅਪ ਸੌਰਟ ਆਫ ਹੋਵੇ। ਹੁਣ ਇਹ ਵੀ ਨਾ ਹੋਵੇ ਕਿ ਇੰਨੀ ਹਿਊਜ ਅਮਾਊਂਟ ਹੋਵੇ ਤੇ ਤੁਸੀਂ ਇੱਥੇ ਸ਼ਰਕ ਕਰੋ ਕੰਪਨੀ ਬਣਾਉਣ ਵਾਸਤੇ। ਤੁਸੀਂ ਕੰਪਨੀ ਬਣਾਉਂਦੇ ਹੋ, ਬਿਜ਼ਨਸ ਕਰਦੇ ਹੋ, ਫਲਰਿਸ਼ ਕਰਦੇ ਹੋ, ਉਹਨੂੰ ਹੋਰ ਇਨਫਿਊਜ਼ ਕਰ ਲੋਗੇ, ਹੋਰ ਉਹ ਕੈਪੀਟਲ ਉੱਪਰ ਚਲਾ ਜਾਏਗਾ। ਬਟ ਮਿਨੀਮਮ ਅਮਾਊਂਟ ਇਜ਼ 1 ਲੱਖ ਫॉर ਇਨਕਾਰਪੋਰੇਸ਼ਨ ਆਫ ਕੰਪਨੀ ਐਜ਼ ਪ੍ਰਾਈਵੇਟ ਲਿਮਿਟਿਡ। ਬਿਲਕੁਲ, ਕਿਉਂਕਿ ਜੋ ਇਨਵੈਸਟਰ ਹੋਏਗਾ ਉਹ ਵੀ ਪਹਿਲਾਂ ਵਾਟਰਸ ਨੂੰ ਟੈਸਟ ਕਰੇਗਾ ਬਸ ਕਿ ਮੈਂ ਜ਼ਿਆਦਾ ਮਨੀ ਪੋਰ ਕਰਨ ਤੋਂ ਪਹਿਲਾਂ ਟੈਸਟ ਕਰ ਲਵਾਂ ਕਿ ਮੈਨੂੰ ਕੀ ਰਿਸਪੌਂਸ ਮਿਲਦਾ ਹੈ, ਉਸ ਤੋਂ ਬਾਅਦ ਮੈਂ ਅੱਗੇ ਵਧਾਂਗਾ। ਸੋ ਇੱਕ ਇਹਦੇ 'ਚ ਬੜਾ ਕੁਐਸਚਨ ਆਉਂਦਾ ਕਿ ਕੰਪਨੀ ਦਾ ਨਾਂ ਕੀ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਸ ਦੇਸ਼ ਦੇ ਵਿੱਚ ਤੁਸੀਂ ਬਿਜ਼ਨਸ ਕਰਨਾ ਉਸ ਦੀ ਸਾਈਕੀ ਸਮਝੋ, ਉਸ ਦੀ ਸਾਈਕੀ ਨੂੰ ਜੋ ਚੀਜ਼ ਹਿੱਟ ਕਰਦੀ ਹੈ ਉਹਦੇ ਮੁਤਾਬਿਕ ਤੁਹਾਡੀ ਕੰਪਨੀ ਦਾ ਨਾਂ ਹੋਣਾ ਚਾਹੀਦਾ ਹੈ। ਸੋ ਇਹਦੇ ਵਿੱਚ ਵੀ ਗਵਰਨਮੈਂਟ ਨੇ ਕੋਈ ਇਹਦੇ 'ਚ ਕ੍ਰਾਈਟੇਰੀਆ ਰੱਖਿਆ ਹੋਇਆ ਕਿ ਇਸ ਤਰ੍ਹਾਂ ਦਾ ਹੀ ਨਾਂ ਰੱਖਣਾ ਹੈ, ਫੋਰਨ ਦਾ ਨਾਂ ਨਹੀਂ ਰੱਖਣਾ, ਜਾਂ ਕੁਝ ਇਹਦੇ 'ਚ ਲਿਮਿਟੇਸ਼ਨਸ ਹੈਗੀਆਂ ਜਾਂ ਓਪਨ ਹੈਗਾ ਇਹਦੇ 'ਚ? ਬਿਲਕੁਲ ਇਹੋ ਜਿਹਾ ਕ੍ਰਾਈਟੇਰੀਆ ਹੈ। ਪਹਿਲੀ ਗੱਲ ਤੇ ਜਿਹੜੀ ਤੁਸੀਂ ਕੰਪਨੀ ਬਣਾਉਣੀ ਹੈ ਉਹਦਾ ਜਿਹੜਾ ਨਾਮ ਹੈ ਉਹ ਕਿਸੇ ਹੋਰ ਦੀ ਕੰਪਨੀ ਦੇ ਨਾਲ ਰਿਜ਼ੈਂਬਲ ਨਹੀਂ ਕਰਨਾ ਚਾਹੀਦਾ। ਤੁਹਾਨੂੰ ਜਿਹੜਾ ਰਜਿਸਟਰਾਰ ਆਫ ਕੰਪਨੀਜ਼ ਹੈ ਉਹ ਨਾਮ ਅਲਾਟ ਨਹੀਂ ਕਰੇਗਾ। ਕਿਸੇ ਨਾਲ ਥੋੜ੍ਹਾ ਜਿਹਾ ਵੀ ਫਰਕ ਕਰ ਲਓ ਮਿਲਦਾ ਹੈ, ਕਿਉਂਕਿ ਉਸ ਕੰਪਨੀ ਤੇ ਬੜਾ ਇਫੈਕਟ ਹੋ ਜਾਂਦਾ ਹੈ। ਉਹ ਸਮਝਦੇ ਨੇ ਕਿ ਇਹਦੇ ਨਾਂ ਦੀ ਇੱਕ ਕੰਪਨੀ ਹੋਰ ਆ ਗਈ ਹੈ। ਠੀਕ ਹੈ, ਰਜਿਸਟਰਾਰ ਆਫ ਕੰਪਨੀਜ਼ ਜਾਂ ਜਿਹੜੀ ਸਾਡੀ ਗਵਰਨਮੈਂਟ ਹੈ, ਜਿਹੜੇ ਆਲਰੇਡੀ ਸਾਡੀਆਂ ਕੰਪਨੀਜ਼ ਨੇ, ਉਹਨਾਂ ਦਾ ਰਾਈਟ ਜਿਹੜਾ ਹੈ, ਉਹਨਾਂ ਦਾ ਇੰਟਰਸਟ ਜਿਹੜਾ ਉਹ ਪ੍ਰੋਟੈਕਟ ਕਰਦੇ ਨੇ। ਉਹਨਾਂ ਦੇ ਨਾਲ ਮਿਲਦਾ ਨਾਮ ਨਹੀਂ ਤੁਹਾਨੂੰ ਮਿਲੇਗਾ ਕਦੀ ਵੀ। ਤੁਹਾਨੂੰ ਨਾਂ ਚੇਂਜ ਕਰਨਾ ਪਏਗਾ, ਤੁਸੀਂ ਉਹ ਜਿਹਾ ਕੰਮ ਕਰਨਾ ਪਏਗਾ ਕਿ ਜਿਹੜਾ ਤੁਹਾਡਾ ਨਾਂ ਕਿਸੇ ਐਗਜ਼ਿਸਟਿੰਗ ਕੰਪਨੀ ਦੇ ਨਾਲ ਨਾ ਮਿਲੇ। ਪਲੱਸ ਇਹਦੇ 'ਚ ਕਈ ਹੋਰ ਚੀਜ਼ਾਂ ਨੇ, ਜਿਸ ਤਰ੍ਹਾਂ ਵਰਡ ਹੈ ਨੈਸ਼ਨਲ, ਜਿਸ ਤਰ੍ਹਾਂ ਵਰਡ ਹੈ ਇੰਟਰਨੈਸ਼ਨਲ। ਇਹ ਡਿਪਿਕਟ ਕਰਦੇ ਨੇ, ਫਰਜ਼ ਕਰ ਲਓ ਲੱਖ ਰੁਪਏ ਦੀ ਕੰਪਨੀ ਹੈ, ਤੁਸੀਂ ਉਹਦੇ ਵਰਡ ਲਗਾ ਦਿੰਦੇ ਹੋ ਨੈਸ਼ਨਲ, ਤੇ ਉਹ ਇੱਕ ਉਹਦੀ ਡਿਪਿਕਸ਼ਨ ਜਿਹੜੀ ਹੈ, ਜਿਹੜਾ ਇੱਕ ਉਹਦਾ ਨਾਂ ਹੈ, ਉਹ ਉਹਦੇ ਨਾਲ ਮਿਲਦਾ ਨਹੀਂ ਆਪਸ 'ਚ।
ਠੀਕ ਹੈ ਨਾ, ਬਿਲਕੁਲ। ਜਾਂ ਉਹਦੇ ਚ ਵਰਡ ਤੁਸੀਂ ਪਾ ਦਿੰਦੇ ਹੋ ਜੀ ABC ਇੰਟਰਨੈਸ਼ਨਲ, ਔਰ ਤੁਹਾਡੀ ਅਥੋਰਾਈਜ਼ਡ ਕੈਪੀਟਲ ਪੇਡ ਅਪ ਕੈਪੀਟਲ 1 ਲੱਖ ਰੁਪਇਆ। ਹੁਣ ਤੁਸੀਂ ਉਹ 1 ਲੱਖ ਰੁਪਏ ਨਾਲ ਇੰਟਰਨੈਸ਼ਨਲ ਵਰਡ ਨੂੰ ਕਿਸ ਤਰ੍ਹਾਂ ਜਸਟੀਫਾਈ ਕਰ ਸਕਦੇ ਹੋ? ਯੈਸ ਨਹੀਂ ਨਾ ਕਰ ਸਕਦੇ। ਯੈਸ ਸੋ ਇਹਨਾਂ ਅੰਡਰ ਦੀਸ ਸਰਕਮਸਟਾਂਸਿਸ ਤੁਹਾਨੂੰ ਇਹੋ ਜਿਹੇ ਵਰਡ ਜਿਹੜੇ ਨੇ ਉਹ ਨਹੀਂ ਮਿਲਣਗੇ, ਉਹਦੀ ਨਾਂ ਦੀ ਕੰਪਨੀ ਨਹੀਂ ਮਿਲੇਗੀ ਤੁਹਾਨੂੰ। ਜਿਹੜੀ ਬਿਲਕੁਲ ਸਿੰਪਲ, ਜਿਹੜੀ ਬਿਲਕੁਲ ਤੁਹਾਡੇ ਨਾਂ ਜਿਹੜੀ ਕਿਸੇ ਨਾਲ ਰਲਦੀ ਮਿਲਦੀ ਨਹੀਂ ਹੋਏਗੀ, ਉਹ ਤੁਹਾਨੂੰ ਕੰਪਨੀ ਦਾ ਨਾਮ ਮਿਲੇਗਾ। ਓਕੇ, ਇਹਦੇ 'ਚ ਨਾ ਇੱਕ ਪੁਆਇੰਟ ਨਿਕਲਦਾ ਹੈ ਕਿ ਆਪਾਂ ਫੋਰਨ ਦੀਆਂ ਕੰਪਨੀਜ਼ ਵੀ ਦੇਖਦੇ ਹਾਂ, ਆਪਾਂ ਲੋਕਲ ਕੰਪਨੀਜ਼ ਵੀ ਦੇਖਦੇ ਹਾਂ, ਮੋਡ ਆਫ ਬਿਜ਼ਨਸ ਵੀ ਦੇਖਦੇ ਹਾਂ। ਇਹਦੇ 'ਚ ਬੇਸਿਕ ਫਰਕ ਕੀ ਹੁੰਦਾ ਕਿ ਜਿਹੜੀਆਂ ਲੋਕਲ ਕੰਪਨੀਜ਼ ਨੇ, ਫੋਰਨ ਦੀਆਂ ਕੰਪਨੀਜ਼ ਨੇ, ਜੇ ਇਸੇ ਪੁਆਇੰਟ ਨੂੰ ਆਪਾਂ ਅੱਗੇ ਵਧਾਈਏ ਤਾਂ ਡਿਫਰੈਂਸ਼ੀਏਟ ਕਿੱਦਾਂ ਕਰੋਗੇ? ਸੰਜੀਵ ਜੀ, ਫਰੈਂਕਲੀ ਟੈਲਿੰਗ ਇਟ ਯੂ, ਇਹਦੇ 'ਚ ਕੋਈ ਫਰਕ ਨਹੀਂ। ਇੱਕ ਵਾਰੀ ਕੰਪਨੀ ਤੁਹਾਡੀ ਬਣ ਗਈ ਹੈ, ਫਰਜ਼ ਕਰ ਲਓ ਫੋਰਨ ਕੰਪਨੀ ਹੈ, ਜਾਂ ਉਹਦੇ 'ਚ NRI ਇਨਵੋਲਵਡ ਨੇ, ਜਾਂ ਫੋਰਨਰਸ ਇਨਵੋਲਵਡ ਹੈ, ਜਾਂ ਸੇਮ ਲੈਵਲ ਦੀ ਇੰਡੀਅਨ ਕੰਪਨੀ ਹੈ, ਕੋਈ ਫਰਕ ਨਹੀਂ। ਬਿਜ਼ਨਸ 'ਚ ਕੋਈ ਫਰਕ ਨਹੀਂ, ਟੈਕਸੇਬਿਲਿਟੀ 'ਚ ਕੋਈ ਫਰਕ ਨਹੀਂ, ਕਿਸੇ ਕਿਸਮ ਦਾ ਕੋਈ ਫਰਕ ਨਹੀਂ। ਦੋਵਾਂ ਕੰਪਨੀਆਂ ਦੋਵੇਂ ਚੀਜ਼ਾਂ ਐਟ ਪਾਰ ਨੇ। ਓਕੇ, ਸੋ ਇੱਕ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਟੈਕਸ ਦਾ ਸਟਰਕਚਰ ਬੜਾ ਕੰਪਲਿਕੇਟਿਡ ਹੈ ਇੰਡੀਆ ਦੇ ਵਿੱਚ, ਖਾਸ ਕਰਕੇ ਕਿਉਂਕਿ ਇਨਵੈਸਟਰਸ ਨੂੰ ਸਮਝ ਨਹੀਂ ਆਉਂਦਾ ਕਿੱਥੋਂ ਕਿਹੜਾ ਟੈਕਸ ਹੋ ਰਿਹਾ ਹੈ। ਕਈ ਵਾਰ ਉਹ ਕਹਿੰਦੇ ਨੇ ਕਿ ਸਾਡੀ ਫੋਰਨ ਲਾਈਨ ਤੋਂ ਤਾਂ ਇੰਨਾ ਕੁਝ ਹੈ ਨਹੀਂ, ਪਰ ਇੱਥੇ ਇੱਕ ਤਾਂ ਟੈਕਸਿਸ ਆਰ ਵੈਰੀ ਹਾਈ, ਔਰ ਦੂਸਰਾ ਕੰਪਲਿਕੇਟਿਡ ਹੈ ਕਿ ਛੇਤੀ ਕਿਤੇ ਸਮਝ ਨਹੀਂ ਆਉਂਦਾ। ਔਰ ਨਾਲ ਇੱਕ ਹੋਰ ਟਰਮ ਹੈ GST, ਉਹ ਵੀ ਲੱਗਦੀ ਹੈ। ਔਰ GST ਨੂੰ ਕਈ ਵਾਰ ਕਈ ਬਿਜ਼ਨਸਮੈਨ ਕ੍ਰਿਟੀਸਾਈਜ਼ ਵੀ ਕਰਦੇ ਨੇ, ਕਈ ਕਹਿੰਦੇ ਨੇ ਕਿ ਕੰਟਰੀ ਵਾਸਤੇ ਅੱਛਾ ਹੈ। ਦੈਟ ਬਿਸਾਈਡਸ ਕਿ ਉਹ ਤੇ ਇੱਕ ਡਿਬੇਟ ਹੈ, ਡਿਸਕਸ਼ਨ ਹੈ। ਬਟ ਜੋ ਸਾਡਾ ਕੰਟੈਕਸਟ ਹੈ ਉਹਦੇ ਵਿੱਚ GST ਕਿੱਥੇ ਸਟੈਂਡ ਕਰਦੀ ਹੈ, ਉਹਦੀ ਕੰਪਲਾਇੰਸ ਕਿੱਥੇ ਸਟੈਂਡ ਕਰਦੀ ਹੈ, ਕਿੱਦਾਂ ਡੀਲ ਕਰੇਗਾ ਇਸ ਮੈਟਰ ਨੂੰ ਇੱਕ ਫੋਰਨ ਇਨਵੈਸਟਰ? ਮੈਂ ਦੱਸਣਾ ਤੁਹਾਨੂੰ। ਦੇਖੋ, GST ਕੋਲੋਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਜਿਹੜੀ ਕੰਪਨੀ ਇੱਥੇ ਬਣੇਗੀ, ਜੇ ਉਹਦੀ ਫਰਜ਼ ਕਰ ਲਓ ਟਰਨਓਵਰ 40 ਲੱਖ ਤੋਂ ਉੱਪਰ ਜਾਏਗੀ, ਤੇ ਉਹ GST ਦਾ ਨੰਬਰ ਲਏਗਾ। GST ਦਾ ਨੰਬਰ ਲਏਗਾ, ਉੱਥੇ ਰਜਿਸਟ੍ਰੇਸ਼ਨ ਕਰਵਾਏਗਾ ਆਪਣੀ। ਸ਼ਾਇਦ ਛੋਟਾ ਜਿਹਾ ਮੈਂ ਇੱਥੇ ਕੰਸੈਪਟ GST ਦਾ ਤੁਹਾਨੂੰ ਦੱਸਣਾ ਚਾਹਾਂਗਾ ਕਿ GST ਦਾ ਜਿਹੜਾ ਕੰਸੈਪਟ ਹੈ, ਇਟ ਇਜ਼ ਬੇਸਡ ਔਨ ਇਨਪੁਟ ਆਊਟਪੁੱਟ ਕ੍ਰੈਡਿਟ। ਤੁਸੀਂ ਸਮਾਨ ਰॉ ਮਟੀਰੀਅਲ ਲੈਂਦੇ ਹੋ, ਉਹਦੇ ਤੇ GST ਦਿੰਦੇ ਹੋ। ਤੁਸੀਂ ਜਿਹੜੀ ਅੱਗੇ ਪਾਰਟੀ ਨੂੰ ਦਿੰਦੇ ਹੋ, ਉਹਦੇ ਕੋਈ GST ਚਾਰਜ ਕਰਦੇ ਹੋ, ਜੋ ਉਹਦਾ ਡਿਫਰੈਂਸ ਹੈ ਉਹ ਤੁਹਾਨੂੰ ਦੇਣਾ ਹੈ। ਉਹ ਤੇ ਇਟ ਇਜ਼ ਐਜ਼ ਗੁੱਡ ਐਜ਼ ਦਾ ਨਾਰਮਲ ਕੰਪਨੀ ਜਿਹੜੀ ਇੰਡੀਅਨ ਕੰਪਨੀ ਹੈ। ਇੰਡੀਅਨ ਕੰਪਨੀ ਜਾਂ ਫੋਰਨ ਕੰਪਨੀ ਕੋਈ ਫਰਕ ਨਹੀਂ। GST ਨੰਬਰ ਤੁਸੀਂ ਲੈਣਾ ਹੈ, ਤੁਹਾਨੂੰ ਇਨਪੁਟ ਆਊਟਪੁੱਟ ਦਾ ਕ੍ਰੈਡਿਟ ਮਿਲਣਾ ਹੈ, ਤੁਸੀਂ ਰਿਟਰਨਾਂ ਫਾਈਲ ਕਰਨੀਆਂ ਨੇ। ਤੇ ਕੋਈ ਇਹਦੇ ਵਿੱਚ ਇਹੋ ਜਿਹੀ ਕੋਈ ਡਰਨ ਵਾਲੀ ਗੱਲ ਨਹੀਂ GST ਕੋਲੋਂ, ਕਿਸੇ ਕਿਸਮ ਦੀ ਵੀ ਡਰਨ ਵਾਲੀ ਗੱਲ ਨਹੀਂ। ਜੋ ਉਹਨਾਂ ਨੂੰ ਕ੍ਰੈਡਿਟ ਮਿਲਣਾ ਇੰਡੀਅਨ ਕੰਪਨੀ, ਤੁਹਾਨੂੰ ਵੀ ਸੇਮ ਕ੍ਰੈਡਿਟ ਮਿਲਣਾ। ਸੋ ਇਸ ਕਰਕੇ GST ਦਾ ਨੰਬਰ ਲੈਣਾ ਜ਼ਰੂਰੀ ਹੋ ਜਾਏਗਾ ਜੇ ਤੁਹਾਡੀ ਟਰਨਓਵਰ ਪ੍ਰਿਸਕ੍ਰਾਈਬਡ ਲਿਮਿਟ ਤੋਂ ਉੱਪਰ ਚਲੀ ਜਾਂਦੀ ਹੈ। ਸੋ ਦੈਟ ਵਿਲ ਬੀ ਵੈਰੀ ਇੰਪੋਰਟੈਂਟ। GST ਦੀ ਕੰਪਲਾਇੰਸ ਤੇ ਕਰਨੀ ਹੀ ਪਏਗੀ, ਬਟ ਉਹਦੇ 'ਚ ਕੋਈ ਘਬਰਾਉਣ ਵਾਲੀ ਗੱਲ ਨਹੀਂ, ਕੋਈ ਕੰਪਲੀਕੇਸ਼ਨ ਨਹੀਂ ਉਹਦੇ 'ਚ ਹੈਗੀ। ਜੋ ਲੋਕਲ ਬਿਜ਼ਨਸਮੈਨ ਨੂੰ ਜੋ ਕਰਨਾ ਪੈਂਦਾ, ਉਹਨਾਂ ਨੂੰ ਵੀ ਕਰਨਾ ਪਏਗਾ। ਸੋ ਇਹੋ ਜਿਹੀ ਕੋਈ ਗੱਲ ਨਹੀਂ। ਸੋ ਇੱਕ ਚੀਜ਼ ਇਹ 'ਚੋਂ ਵੀ ਨਿਕਲਦੀ ਹੈ ਕਿ ਜਿਸ ਤਰ੍ਹਾਂ ਟੈਕਸ ਆਪਾਂ ਗੱਲ ਕੀਤੀ, ਕੰਪਲੀਕੇਸ਼ਨਸ ਕਈ ਵਾਰ ਮਾਈਂਡ 'ਚ ਰਹਿੰਦੀਆਂ ਨੇ ਨਾ। ਇੱਕ ਤਾਂ ਬੜਾ ਇੱਕ ਮਤਲਬ ਮਨ ਦੇ ਵਿੱਚ ਡਾਊਟ ਕ੍ਰੀਏਟ ਹੁੰਦਾ ਹੈ ਜਦੋਂ ਵੀ ਇੰਡੀਆ ਦੀ ਗੱਲ ਆਉਂਦੀ ਹੈ ਕਿ ਬਿਕੋਜ਼ ਆਫ ਕਰਪਸ਼ਨ, ਹੈ ਨਾ, ਬਿਕੋਜ਼ ਆਫ ਦਿਸ ਕਿ ਕੰਪਲੀਕੇਸ਼ਨਸ ਆਫ ਪ੍ਰੋਸੈਸ, ਇਹਦੇ ਕਰਕੇ ਘਬਰਾਹਟ ਜੀ ਹੁੰਦੀ ਹੈ। ਠੀਕ ਹੈ, ਸੋ ਫਿਰ ਉਹ ਕਲੀਅਰ ਕਰਨਾ ਚਾਹੁੰਦੇ ਨੇ ਕਿ ਜਿਹੜਾ ਇੱਕ ਕਾਰਪੋਰੇਟ ਟੈਕਸ ਹੈ, ਇਹ ਕਿੱਥੇ ਫਾਲ ਕਰੇਗਾ, ਇਹਨੂੰ ਕਿੱਦਾਂ ਕੰਪਲਾਈਂਸ ਕਰਨੀ ਹੈ? ਹਾਂ, ਬਿਲਕੁਲ, ਇਹ ਵੀ ਗੱਲ ਬਿਲਕੁਲ ਤੁਹਾਡੀ ਠੀਕ ਹੈ। ਜਿਹੜਾ ਕਾਰਪੋਰੇਟ ਟੈਕਸ ਹੈ ਇੰਡੀਆ ਦੇ ਵਿੱਚ, ਉਹ ਰੇਂਜ ਕਰ ਰਿਹਾ 20 ਤੋਂ 25%, 15 ਤੋਂ 25%, ਨਾਟ 20 ਤੋਂ 25, 15 ਤੋਂ 25%। ਬਟ ਅਕੋਰਡਿੰਗ ਟੂ ਦਾ ਲੇਟੈਸਟ ਜਿਹੜੀ ਗਵਰਨਮੈਂਟ ਦਾ ਪਿੱਛੇ ਫਾਈਨੈਂਸ ਬਿੱਲ ਆਇਆ, ਜੋ ਵੀ ਉਹ ਕਹਿੰਦੇ ਨੇ, ਇਹ ਜਿਹੜਾ ਕਾਰਪੋਰੇਟ ਟੈਕਸ ਹੈ, ਇਹ ਅੰਡਰ ਡਿਫਰੈਂਟ ਸਰਕਮਸਟਾਂਸਿਸ 15% ਤੇ ਸੈਟਲ ਹੋ ਜਾਏਗਾ। ਅੱਜ ਦੀ ਡੇਟ 'ਚ ਨਹੀਂ, ਕਿਸੇ ਨੂੰ 15% ਵੀ ਹੈ ਟੈਕਸ, ਕਿਸੇ ਨੂੰ 20 ਵੀ ਹੈ, ਕਿਸੇ ਨੂੰ 25, ਡਿਪੈਂਡਿੰਗ ਅਪਨ ਦਾ ਸਰਕਮਸਟਾਂਸਿਸ। ਬਟ ਇਟ ਰੇਂਜਿਸ ਬਿਟਵੀਨ 15 ਤੋਂ 25%। ਓਕੇ, ਸੋ ਦਿਸ ਇਜ਼ ਨਾਟ ਅ ਹਾਇਰ ਅਮਾਊਂਟ ਆਫ ਟੈਕਸ। ਜੋ ਬਾਹਰ ਦੀਆਂ ਕੰਟਰੀਜ਼ ਹੈਗੀਆਂ ਨੇ, ਉਹ 'ਤੇ ਇਸ ਤੋਂ ਵੀ ਜ਼ਿਆਦਾ ਟੈਕਸ ਦਿੰਦੇ ਨੇ। ਔਰ ਫਿਰ ਮੈਂ ਤੁਹਾਨੂੰ ਅੱਗੇ ਵੀ ਇਹ ਗੱਲ ਦੱਸੀ ਸੀ ਕਿ ਜਿਸ ਵੇਲੇ ਤੁਸੀਂ ਇੱਥੋਂ ਦੇ ਪ੍ਰੋਫਿਟੇਬਿਲਿਟੀ ਰੀਪੈਟਰੀਏਟ ਕਰ ਦਿੰਦੇ ਹੋ, ਤੇ ਤੁਹਾਨੂੰ ਜਿਹੜੀ ਡਬਲ ਟੈਕਸੇਸ਼ਨ ਟ੍ਰੀਟੀ ਹੈਗੀ ਹੈ, ਉਹ ਪਲੇਸ 'ਚ ਆ ਜਾਂਦੀ ਹੈ। ਮਤਲਬ ਇਹ ਨਹੀਂ ਕਿ ਤੁਸੀਂ ਇੱਥੇ ਵੀ ਟੈਕਸ ਦੇਣਾ, ਉੱਥੇ ਵੀ ਦੇਣਾ ਟੈਕਸ। ਜਿੰਨਾ ਤੁਸੀਂ ਟੈਕਸ ਆਪਣੀ ਪ੍ਰੋਫਿਟੇਬਿਲਿਟੀ 'ਤੇ ਇੱਥੇ ਟੈਕਸ ਦਿਓਗੇ,
ਉਹ ਅਮਾਊਂਟ ਜੇ ਬਾਕੀ ਆਪਣੀ ਕੰਟਰੀ ਨੂੰ ਰੀਪੈਟਰੀਏਟ ਕਰ ਦਿੰਦੇ ਹੋ ਤੇ ਅਕੋਰਡਿੰਗ ਟੂ ਦਾ ਡਬਲ ਟੈਕਸੇਸ਼ਨ ਟ੍ਰੀਟੀ ਤੁਹਾਨੂੰ ਉਸ ਦਾ ਉੱਥੇ ਜਾ ਕੇ ਰਿਲੀਫ ਮਿਲ ਜਾਣਾ। ਸੋ ਦਿਸ ਇਜ਼ ਅ ਵੈਰੀ ਬਿਗ ਐਡਵਾਂਟੇਜ ਫॉर ਦਾ ਕੰਪਨੀਜ਼ ਜਿਹੜੀਆਂ FDI 'ਚ ਇੱਥੇ ਆਪਣੇ ਆਪ ਨੂੰ ਰੱਖਦੀਆਂ ਨੇ ਕਿ ਉਹਨਾਂ ਨੇ ਆਪਣੇ ਜਿੰਨੀਆਂ ਪ੍ਰੋਫਿਟੇਬਿਲਿਟੀ ਉੱਥੇ ਵਾਪਸ ਰੀਪੈਟਰੀਏਟ ਕਰਨੇ ਆ, ਉਹਨਾਂ ਨੂੰ ਜਿੰਨਾ ਤੁਸੀਂ ਇੱਥੇ ਟੈਕਸ ਦੇਣਾ ਉਨੀ ਉਹਨਾਂ ਨੂੰ ਉੱਥੇ ਉਹਦਾ ਰਿਲੀਫ ਮਿਲ ਜਾਣਾ। ਦੈਟਸ ਆਲ। ਓਕੇ, ਸੋ ਇੱਕ ਚੀਜ਼ ਹੋਰ ਸ਼ੋਰ, ਕਿਉਂਕਿ ਇਸ ਚੀਜ਼ ਨੂੰ ਆਪਾਂ ਖਾਸ ਤੌਰ ਤੇ ਜਿਹਨੂੰ ਕਹਿੰਦੇ ਨਾ ਅੰਡਰਲਾਈਨ ਕਰਨਾ, ਹਾਂਜੀ, ਇਸ ਨੂੰ ਟੈਕਸ ਨੂੰ, ਸੋ ਕੋਈ ਹੋਰ ਲਾਰਜ ਅਮਾਊਂਟ ਆਫ ਟੈਕਸਿਸ ਇਨਵੋਲਵਡ ਹੋ ਸਕਦੇ ਨੇ ਕਿਤੇ ਕਿਸੇ ਸਟੈਪ ਦੇ ਉੱਤੇ ਜੇ ਆਪਾਂ ਇਸ ਬਿਜ਼ਨਸ ਨੂੰ ਇੰਡੀਆ ਦੇ ਵਿੱਚ ਫਲਰਿਸ਼ ਕਰਨਾ ਚਾਹੁੰਦੇ? not at all, not at all. It is only as far as corporate tax is concerned ਜਾਂ GST, ਇਸ ਤੋਂ ਇਲਾਵਾ ਕੋਈ ਕਿਸੇ ਕਿਸਮ ਦਾ ਟੈਕਸ ਨਹੀਂ। ਬਾਕੀ ਜੇ ਦੇਖੋ ਜਿਹੜੀਆਂ ਰੂਟੀਨ ਚੀਜ਼ਾਂ, ਫਰਜ਼ ਕਰ ਲਓ ਤੁਹਾਡੀ ਮੈਨੂਫੈਕਚਰਿੰਗ ਹੈ, ਫਰਜ਼ ਕਰ ਲਓ ਮੈਨੂਫੈਕਚਰਿੰਗ ਹੈ, ਤੁਸੀਂ ਲੇਬਰ ਇੰਪਲੋਏ ਕਰਦੇ ਹੋ ਉੱਥੇ ਫਰਜ਼ ਕਰ ਲਓ ESI ਜਾਂ ਪ੍ਰੋਵੀਡੈਂਟ ਫੰਡ ਦੀ ਕੰਪਲਾਇੰਸਿਸ ਹੈਗੀਆਂ। ਦੀਜ਼ ਆਰ ਨਾਟ ਇਨ ਫੈਕਟ ਟੈਕਸਿਸ, they are not taxes, they relate to your labor। ਜੇ ਤੁਸੀਂ ਲੇਬਰ ਨੂੰ ਪੇਮੈਂਟ ਕਰਨੀ ਹੈ, ਜੇ ਤੁਸੀਂ ਲੇਬਰ ਨੂੰ ਪੇਮੈਂਟ ਕਰਨੀ ਹੈ ਤੇ ਜੋ ਲੇਬਰ ਲਾਜ਼ ਹੈਗੇ ਨੇ ਉਹਨੂੰ ਤੁਸੀਂ ਕੰਪਲਾਈ ਵਿਦ ਕਰਨਾ। ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਜਿਹੜੀ ਹੈਗੀ ਹੈ ਕਿ ਇਹ ਜਿਹੜੀ ਅਮਾਊਂਟ ਹੈਗੀ ਹੈ ਦਿਸ ਇਨਵੋਲਵ ਟੈਕਸ, ਠੀਕ ਹੈ ਨਾ। ਸੋ ਇਹ ਤੇ ਉਹ ਅਮਾਊਂਟ ਜਿਹੜੀ ਆਊਟਰਾਈਟ ਤੁਹਾਡੇ P&L ਚੋਂ ਐਜ਼ ਅ ਐਕਸਪੈਂਸ ਚਲੀ ਜਾਣੀ ਹੈ। ਸੋ ਉਹਦੀ ਤੁਹਾਡੀ ਜਿਹੜੀ ਪ੍ਰੋਫਿਟੇਬਿਲਿਟੀ ਹੈ ਆਫਟਰ ਟੇਕਿੰਗ ਇਨ ਅਕਾਊਂਟ ਆਲ ਦੋਜ਼ ਐਕਸਪੈਂਸਿਸ, ਜਿਹੜੀ ਤੁਸੀਂ ਪੇਮੈਂਟ ਕਰਨੀ ਹੈ ਇਨ ਦਾ ਸ਼ੇਪ ਆਫ ਟੈਕਸਿਸ, ਦੈਟ ਇਜ਼ ਓਨਲੀ ਦਾ ਕਾਰਪੋਰੇਟ ਟੈਕਸ। ਜਾਂ ਜਿਹੜਾ ਤੁਹਾਡਾ ਇਨਪੁਟ ਆਊਟਪੁੱਟ ਦਾ ਕ੍ਰੈਡਿਟ ਦਾ ਜਿਹੜਾ ਬੈਲੈਂਸ ਹੈ ਉਹ ਤੁਹਾਡਾ ਰਿਫੰਡ ਵੀ ਹੋ ਸਕਦਾ। ਓ ਠੀਕ ਹੈ ਨਾ, ਉਹ ਤੁਹਾਡਾ ਰਿਫੰਡ ਵੀ ਹੋ ਸਕਦਾ। ਸੋ ਮੇਜਰ ਕਾਜ਼ ਆਫ ਕੰਸਰਨ, ਨਾਟ ਕੰਸਰਨ ਨਹੀਂ, ਮੇਜਰ ਅਮਾਊਂਟ ਆਫ ਟੈਕਸੇਸ਼ਨ ਇਜ਼ ਓਨਲੀ ਦਾ ਕਾਰਪੋਰੇਟ ਟੈਕਸ। ਓਕੇ, ਸੋ ਕਾਲਰਾ ਸਾਹਿਬ, ਆਈ ਵੁੱਡ ਲਾਈਕ ਟੂ ਕੱਟ ਅ ਜੋਕ ਔਨ ਦਿਸ ਨੋਟ ਕਿ ਹੋਇਆ ਕਿ ਇੱਕ ਸ਼ਾਪਿੰਗ ਮਾਲ ਦੇ ਵਿੱਚ ਨਾ ਇੱਕ ਫੈਮਿਲੀ ਆਪਣੇ ਛੋਟੇ ਜਿਹੇ ਬੱਚੇ ਨਾਲ ਗਈ ਹੋਈ ਹੈ ਸ਼ਾਪਿੰਗ ਵਾਸਤੇ, ਤੇ ਹੋਰ ਵੀ ਕਈ ਲੋਕ ਨੇ ਉੱਥੇ ਸ਼ਾਪਿੰਗ ਕਰਨ ਆਏ ਨੇ। ਬੱਚੇ ਨੇ ਖੇਡਦੇ ਨਾ ਇੱਕ 1 ਰੁਪਏ ਦਾ ਕੋਇਨ ਆਪਣੇ ਗਲੇ 'ਚ ਫਸਾ ਲਿਆ। ਅੱਛਾ, ਸਭ ਨੂੰ ਬੜਾ ਦਿੱਕਤ ਹੋ ਗਈ ਕਿ ਕਰੀਏ ਕੀ। ਸੋ ਇੰਨੇ 'ਚ ਉਹ ਭੀੜ ਵਿੱਚੋਂ ਨਾ ਇੱਕ ਬਜ਼ੁਰਗ ਆਏ ਤੇ ਉਹਨਾਂ ਨੇ ਉਸ ਬੱਚੇ ਨੂੰ ਐਫਰਟ ਕਰਕੇ ਨਾ ਉਹ ਗਲੇ 'ਚੋਂ ਸਿੱਕਾ ਕੱਢ ਲਿਆ। ਕਦੀ ਉਹਨੂੰ ਬੱਚੇ ਨੂੰ ਥਪਕੀ ਦਿੰਦੇ ਨੇ, ਕਦੀ ਪੁੱਠਾ ਕਰਦੇ ਨੇ, ਕਦੀ ਸਿੱਧਾ ਕਰਦੇ ਨੇ। ਨਾ ਕੋਇਨ ਆਊਟ ਹੋ ਗਿਆ ਤੇ ਉਹ ਬੱਚਾ ਬਿਲਕੁਲ ਆਲਰਾਈਟ ਆਪਣੇ ਪੇਰੈਂਟਸ ਦੀ ਗੋਦੀ ਵਿੱਚ। ਤੇ ਲੋਕਾਂ ਨੂੰ ਕਿਉਰਿਓਸਿਟੀ ਹੋਈ, ਕਹਿੰਦੇ ਸਰ ਤੁਸੀਂ ਡਾਕਟਰ ਹੋ? ਕਹਿੰਦਾ ਨੋ, ਮੈਂ ਇਨਕਮ ਟੈਕਸ ਆਫਿਸਰ, ਪੈਸੇ ਜਿੱਥੇ ਹੁਣ ਅਸੀਂ ਕੱਢ ਲਈਦੇ ਨੇ। ਸੋ ਦੈਟ ਇਜ਼ ਵਾਈ ਟੈਕਸ ਕਲੀਅਰ ਹੋਣਾ ਚਾਹੀਦਾ। ਬਿਲਕੁਲ ਠੀਕ ਗੱਲ ਹੈ, ਬਿਲਕੁਲ ਠੀਕ ਹੈ। ਸੋ ਇਹਦੇ ਵਿੱਚ ਮੈਂ ਇੱਕ ਇਹ ਚੀਜ਼ ਜਾਣਨਾ ਚਾਹਾਂਗਾ ਕਿ ਟੈਕਸ ਪੇ ਕਰਨ ਵਾਸਤੇ ਇੱਕ ਫਾਈਨੈਂਸ਼ੀਅਲ ਈਅਰ ਹੁੰਦਾ ਹੈ। ਫਾਈਨੈਂਸ਼ੀਅਲ ਈਅਰ ਸਾਡੇ ਇੰਡੀਆ ਦੇ ਵਿੱਚ ਇੱਕ ਉਹਦਾ ਟਾਈਮ ਪੀਰੀਅਡ ਹੈ। ਸੋ ਜੋ ਫੋਰਨ ਇਨਵੈਸਟਰਸ ਨੇ ਉਹਨਾਂ ਦਾ ਟਾਈਮ ਪੀਰੀਅਡ ਸੇਮ ਰਹੇਗਾ? ਫਾਈਨੈਂਸ਼ੀਅਲ ਈਅਰ ਸੇਮ ਫਾਲ ਕਰੇਗਾ ਜਾਂ ਕੋਈ ਡਿਫਰੈਂਸ? ਫਾਈਨੈਂਸ਼ੀਅਲ ਈਅਰ ਸੇਮ ਰਹੇਗਾ ਜੀ, ਫਰੋਮ 1 ਅਪ੍ਰੈਲ ਟੂ 31 ਮਾਰਚ। ਕਿਉਂਕਿ ਦੇਖੋ ਇਹ ਜਿਹੜੀਆਂ ਅਮਰੀਕਾ ਜਾਂ ਜਿਹੜੀਆਂ ਦੂਸਰੀ ਲੰਡਨ ਕੰਟਰੀਜ਼ ਨੇ, ਇਹਨਾਂ ਦਾ ਕੈਲੰਡਰ ਈਅਰ ਫਾਈਨੈਂਸ਼ੀਅਲ ਈਅਰ ਕਹਿਲਾਇਆ ਜਾਂਦਾ ਜਿਹੜਾ ਹੈਗਾ ਕੈਲੰਡਰ ਈਅਰ। ਬਟ ਤੁਸੀਂ ਜੇ ਕੰਪਨੀ ਜਿਹੜੀ ਫਰਜ਼ ਕਰ ਲਓ NRI ਹੈ ਜਾਂ ਜਿਹੜਾ ਫੋਰਨਰ ਹੈ, ਜੇ ਉਹ ਇੱਥੇ ਕੰਮ ਕਰਦਾ ਹੈ, ਇੱਥੇ ਬਿਜ਼ਨਸ ਕਰਦਾ ਹੈ, ਤੇ ਉਹਦਾ ਫਾਈਨੈਂਸ਼ੀਅਲ ਈਅਰ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਹੀ ਗਿਣਿਆ ਜਾਏਗਾ। ਇਹਦੇ ਤੋਂ ਇਲਾਵਾ ਹੀ ਕੈਨੋਟ ਅਡਾਪਟ ਐਨੀ ਅਦਰ ਫਾਈਨੈਂਸ਼ੀਅਲ। ਓਕੇ, ਅੱਛਾ, ਇੱਕ ਪੁਆਇੰਟ ਹੈ ਨੈਕਸਟ ਕੁਐਸਚਨ ਤੇ ਜਾਣ ਤੋਂ ਪਹਿਲਾਂ ਕਿ ਜਦੋਂ ਉਹਨੇ ਫਾਈਨੈਂਸ਼ੀਅਲ ਈਅਰ ਕੰਪਲੀਟ ਹੋ ਗਿਆ ਨਾ, ਉਹਨੇ ਇਨਕਮ ਟੈਕਸ ਰਿਟਰਨ ਜਾਂ ਜੋ ਵੀ ਟੈਕਸਿਸ ਉਹਨੇ GST ਫਾਲ ਕਰਦਾ ਹੈ, ਐਨੀਥਿੰਗ ਐਲਸ ਜੋ ਵੀ ਟੈਕਸ ਫਾਲ ਕਰਦਾ ਹੈ, ਜਦੋਂ ਉਹਨੇ ਉਹ ਰਿਟਰਨਸ ਭਰਨੀਆਂ ਨੇ, ਪੈਸਾ ਜਮ੍ਹਾਂ ਕਰਵਾਉਣਾ ਹੈ, ਤਾਂ ਉਹ ਜਿਹੜਾ ਫਾਈਨੈਂਸ਼ੀਅਲ ਐਕਸਪਰਟ ਹੋਏਗਾ ਜੋ ਇਸ ਸਾਰੇ ਮਾਮਲੇ ਨੂੰ ਜਾਣਦਾ ਹੈ, ਉਹ ਫੋਰਨਰ ਹੋ ਸਕਦਾ ਹੈ ਕਿ ਉਹ ਆਪਣੇ ਕੋਲੋਂ ਜਿਹੜਾ ਉਹਦਾ ਟਰਸਟਵਰਦੀ ਹੋਵੇ ਉੱਥੋਂ ਹੀ ਇਨਕਮ ਟੈਕਸ ਰਿਟਰਨ ਫਾਈਲ ਕਰਾਵੇ, ਜਾਂ ਉਹਨੂੰ ਲੋਕਲ ਲੀਗਲ ਐਡਵਾਈਜ਼ਰਸ ਲੈਣੇ ਪੈਣਗੇ? ਮੈਂ ਦੇਖੋ ਜਿਹੜਾ ਫੋਰਨਰ ਹੈ ਉਹਨੂੰ ਜਿਹੜਾ ਦੂਸਰੀ ਕੰਟਰੀ ਦੇ ਟੈਕਸਿਸ ਕੋ ਬਹੁਤੇ ਨਹੀਂ ਪਤਾ ਹੋਏਗਾ, ਕਨਵਰਸੈਂਟ ਨਹੀਂ ਹੋਏਗਾ। ਸ਼ੋਰ। ਸੋ ਮੈਂ ਆਪਣੀ ਐਜ਼ ਅ ਪ੍ਰੋਫੈਸ਼ਨਲ ਇਹ ਐਡਵਾਈਸ ਕਰਾਂਗਾ ਕਿ ਉਹਦੇ ਵਾਸਤੇ ਤੁਹਾਨੂੰ ਇੱਕ ਪ੍ਰੋਫੈਸ਼ਨਲ ਐਡਵਾਈਜ਼ਰ ਇੱਥੇ ਹੀ ਰੱਖਣਾ ਪਏਗਾ। ਮੇਬੀ ਅ ਚਾਰਟਰਡ ਅਕਾਊਂਟੈਂਟ, ਮੇਬੀ ਐਨ ਐਡਵੋਕੇਟ, ਬਿਕੋਜ਼ ਜੇ ਤੁਹਾਡੀ ਫਰਜ਼ ਕਰ ਲਓ 5 ਕਰੋੜ ਤੋਂ ਟਰਨਓਵਰ ਉੱਪਰ ਚਲੀ ਜਾਂਦੀ ਹੈ, ਯੂ ਨੀਡ ਟੂ ਗੈਟ ਯੋਰ ਅਕਾਊਂਟਸ ਆਡਿਟਡ ਐਂਡ ਦੈਟ ਇਜ਼ ਦਾ ਜੌਬ ਆਫ ਅ ਚਾਰਟਰਡ ਅਕਾਊਂਟੈਂਟ। ਦੈਨ ਜੇ ਫਰਜ਼ ਕਰ ਲਓ ਉਹਦੀਆਂ ਜੇ ਕੋਈ ਰਿਟਰਨਾਂ ਤੁਸੀਂ ਭਰਨੀਆਂ ਨੇ, ਦੈਟ ਇਜ਼ ਆਲਸੋ ਦਾ ਵਰਕ ਆਫ ਦਾ ਚਾਰਟਰਡ ਅਕਾਊਂਟੈਂਟ। ਬਟ ਉਹ ਤੁਸੀਂ ਐਟ ਦਾ ਸੇਮ ਟਾਈਮ ਯੂ ਕੈਨ ਹਾਇਰ ਐਨ ਐਡਵੋਕੇਟ ਆਲਸੋ ਫॉर ਤੁਹਾਡੇ ਜਿਹੜੀਆਂ GST ਮੈਟਰਸ ਨੇ ਉਹਦੇ ਵਾਸਤੇ। ਇਹਦੇ ਵਾਸਤੇ ਜਿੰਨੇ ਪ੍ਰੋਫੈਸ਼ਨਲਸ ਨੇ, ਜਿੰਨੇ ਉਹਨਾਂ ਨੂੰ ਤੁਹਾਨੂੰ ਇੱਥੇ ਹੀ ਹਾਇਰ ਕਰਨਾ ਪਏਗਾ, ਕਿਉਂਕਿ ਜਿਹੜੇ ਬਾਹਰ ਦੇ ਟੈਕਸ, ਆਲਦੋ ਉਹਨਾਂ ਦੀ ਮੈਨੂੰ ਜਿਹੜੀ
ਉਹਨਾਂ ਤੇ ਕੋਈ ਇਹ ਡਾਊਟ ਨਹੀਂ ਕਿ ਦੇ ਆਰ ਲੈਸ ਕੰਪੀਟੈਂਟ yeah. ਬਟ ਜਿਹੜੀ ਕੰਟਰੀ ਦੇ ਵਿੱਚ ਜੋ ਰਿਕੁਆਇਰਮੈਂਟਸ ਹੈਗੀਆਂ ਨੇ ਉਹਨਾਂ ਨੂੰ ਉਹ ਮੁਸ਼ਕਿਲ ਹੋ ਜਾਂਦਾ ਹੈ ਕਿ ਉਹਨਾਂ ਨੂੰ ਦੱਸਣਾ, ਠੀਕ ਕਈ ਹੈ ਵਾਰ ਨਾ। case ਨੂੰ ਸੋ ਮੈਂ follow- ਇਹ ਐਡਵਾਈਸ ਕਰਾਂਗਾ ਕਿ ਉਹ ਲੋਕਲ ਹੀ ਪ੍ਰੋਫੈਸ਼ਨਲਸ ਨੂੰ ਉਹਨਾਂ ਨੂੰ ਹਾਇਰ ਕਰਨ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਦੋਂ ਤੁਹਾਡਾ ਇੱਕ ਪਾਰਟਨਰ ਇੰਡੀਅਨ ਬੇਸਡ ਹੋਏਗਾ Yeah, ਤਾਂ ਉਹਦਾ ਜੋ ਐਡਵਾਈਜ਼ਰ ਹੋਏਗਾ ਉਹ ਵੀ ਇੰਡੀਅਨ ਬੇਸਡ ਹੋਏਗਾ, Indian- ਲਾਈਕਵਾਈਜ਼ ਯੂ ਵਿਲ ਹੈਵ ਟੂ। ਬਸ। ਔਰ ਇੱਕ ਤਰ੍ਹਾਂ ਨਾਲ ਕਈ ਵਾਰ ਕੇਸ ਨੂੰ ਫੋਲੋ ਕਰਨਾ ਪੈਂਦਾ, ਡਿਪਾਰਟਮੈਂਟਸ ਜਾਣਾ ਪੈਂਦਾ, ਇਨਕਮ ਟੈਕਸ ਡਿਪਾਰਟਮੈਂਟ ਜਾਣਾ ਪੈਂਦਾ, ਜਿਹੜਾ ਇੱਥੇ ਹੋਏਗਾ ਉਹ ਫੋਲੋ ਕਰ ਸਕੇਗਾ ਇਨ ਯੋਰ ਐਬਸੈਂਸ, ਬਿਲਕੁਲ ਉਹ ਤੁਹਾਡਾ ਪਾਰਟ ਪਲੇ ਕਰ ਸਕਦਾ, ਰੋਲ ਪਲੇ ਕਰ ਸਕਦਾ। ਬਿਲਕੁਲ ਸੋ ਇੱਕ ਚੀਜ਼ ਹੋਰ ਕਿ ਅੱਜ ਕੱਲ੍ਹ ਕਿਉਂਕਿ ਇਹ ਸਭ ਕੁਝ ਇੰਟਰਨੈਟ ਦੇ ਉੱਤੇ ਅਵੇਲੇਬਲ ਹੈ ਨਾ, ਕੋਈ ਗਵਰਨਮੈਂਟ ਦੇ ਪੋਰਟਲਸ ਵੀ ਹੈਗੇ ਨੇ ਜਿੱਥੇ ਜਾ ਕੇ ਕੰਪਨੀ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਨੇ, ਬਿਕੋਜ਼ ਪੂਰੀ ਦੁਨੀਆ ਅੱਜ ਗਲੋਬਲ ਵਿਲੇਜ ਬਣ ਚੁੱਕੀ ਹੈ ਇਸ ਇੰਟਰਨੈਟ ਦੇ ਜ਼ਰੀਏ। ਸੋ ਐਨੀ ਪੋਰਟਲ ਆਫ ਗਵਰਨਮੈਂਟ, ਐਨੀ ਸੰਜੀਵ ਜੀ ਇਹ ਟਰਾਂਸਪੇਰੈਂਸੀ ਹੈ, ਦਿਸ ਇਜ਼ ਟਰਾਂਸਪੇਰੈਂਸੀ। ਗਵਰਨਮੈਂਟ ਦੀ ਸਾਈਟ ਹੈ, ਮੈਂ ਬੋਲਣਾ ਚਾਹਾਂਗਾ www.mca.gov.in। ਮੈਂ ਦੁਬਾਰਾ ਰਿਪੀਟ ਕਰਾਂਗਾ www.mca.gov.in। ਇਹ ਇੱਕ ਸਾਡੀ ਕੰਪਨੀਜ਼ ਦੀ ਸਾਈਟ ਹੈ ਜਿੱਥੇ ਤੁਸੀਂ ਸਾਈਟ ਨੂੰ ਪਾਓਗੇ, ਆਪਣਾ ਕੰਪਨੀ ਦਾ ਨੰਬਰ ਪਾਓਗੇ, ਨਾਮ ਪਾਓਗੇ, ਤੁਹਾਨੂੰ ਉਹਦੇ ਜਿੰਨੇ ਪਾਰਟਿਕੂਲਰਸ ਨੇ ਉਹ ਕੰਪਨੀ ਦੇ ਉਸ ਸਾਈਟ ਤੇ ਮਿਲਣਗੇ ਔਰ ਤੁਸੀਂ ਉਹਨੂੰ ਦੇਖ ਸਕਦੇ ਹੋ। ਦਿਸ ਇਜ਼ ਟੋਟਲ ਟਰਾਂਸਪੇਰੈਂਸੀ। ਸੋ ਕਾਲਰਾ ਸਾਹਿਬ, ਵੰਡਰਫੁਲ ਇੰਟਰਵਿਊ, ਵੰਡਰਫੁਲ ਟਾਕ। ਔਰ ਮੈਂ ਤੇ ਜੋ ਕੁਐਰੀ ਸੀ ਮੈਂ ਪੁੱਛ ਲਈਆਂ। ਐਨੀ ਫਾਈਨਲ ਵਰਡਸ ਤੁਹਾਡੇ ਵੱਲੋਂ ਜੋ ਸਾਡੇ ਦਰਸ਼ਕਾਂ ਵਾਸਤੇ ਮੈਂ ਹੋਣੇ ਚਾਹੀਦੇ ਨੇ? ਦਰਸ਼ਕਾਂ ਨੂੰ ਇਹੀ ਕਹਾਂਗਾ ਕਿ ਜੇ ਤੁਸੀਂ ਕੋਈ ਇੱਥੇ ਕੰਮ ਕਰਨਾ ਹੈ, ਜੇ ਇੱਥੇ ਤੁਸੀਂ ਕੋਈ ਇੰਡਸਟਰੀ ਲਗਾਉਣੀ ਹੈ ਤੇ ਸਟਾਰਟ ਵਿਦ ਪ੍ਰਾਈਵੇਟ ਲਿਮਿਟਡ ਕੰਪਨੀ। ਪ੍ਰੋਪਰਾਈਟਰਸ਼ਿਪ ਕਰ ਨਹੀਂ ਸਕਦਾ। ਪਾਰਟਨਰਸ਼ਿਪ ਫਰਮ ਦੇ ਵਿੱਚ ਇੱਕ ਲੋਕਲ ਤੁਹਾਨੂੰ ਪਾਰਟਨਰ ਰੱਖਣਾ, ਆਲਦੋ ਡਾਇਰੈਕਟਰ ਵੀ ਤੁਹਾਨੂੰ ਪ੍ਰਾਈਵੇਟ ਲਿਮਿਟਡ ਰੱਖਣਾ ਪੈਂਦਾ, ਬਟ ਕੱਲ੍ਹ ਨੂੰ ਤੁਸੀਂ ਬੈਂਕ ਤੋਂ ਫਰਜ਼ ਕਰ ਲਓ ਲਿਮਿਟਸ ਵਗੈਰਾ ਲੈਣੀਆਂ ਤੇ ਪ੍ਰਾਈਵੇਟ ਲਿਮਿਟਡ ਕੰਪਨੀ ਇਜ਼ ਦਾ ਮੋਸਟ ਬੈਟਰ ਵੇ ਆਫ ਡੂਇੰਗ ਬਿਜ਼ਨਸ ਹੀਅਰ, ਕਿਉਂਕਿ ਉਸ ਤੋਂ ਬਾਅਦ ਤੁਸੀਂ ਐਕਸਪੈਂਡ ਕਰਨਾ ਤਾਂ ਤੁਸੀਂ ਜੋ ਮਰਜ਼ੀ ਕਰ ਲਓ। ਯਾ, ਸੋ ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਇੰਟਰਵਿਊ ਔਰ ਸਾਡੇ ਵੱਲੋਂ ਗੁੱਡ ਲੱਕ ਐਂਡ ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ। ਥੈਂਕਸ। ਸੋ ਸਾਡੇ ਦਰਸ਼ਕਾਂ ਨੂੰ ਅਸੀਂ ਕਹਾਂਗੇ ਕਿ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ, ਆਪਣੀਆਂ ਜੋ ਵੀ ਕੁਐਰੀਜ਼ ਨੇ ਸਾਨੂੰ ਇਨਬਾਕਸ ਕਰੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।